ਜਿਸ ਤਰ੍ਹਾਂ ਐਤਵਾਰ ਸੂਰਜ ਦਾ ਮੰਨੀਏ, ਮੰਗਲਵਾਰ ਵਾਹਿਗੁਰੂ ਜੀ ਸੋਮਵਾਰ ਚੰਦ ਦਾ ਮੰਨੀਏ, ਮੰਗਲਵਾਰ ਧਰਤੀ ਦਾ, ਬੁੱਧਵਾਰ ਧਰਤੀ ਦੇ ਪੁੱਤਰ ਦਾ, ਇਸੇ ਤਰ੍ਹਾਂ ਵੀਰਵਾਰ ਜਿਹੜਾ ਇਹ ਬ੍ਰਹਿਸਪਤ ਦਾ ਮੰਨੀਏ। ਬ੍ਰਹਿਸਪਤ ਦਾ ਤੇ ਸ਼ੁਕਰਾਚਾਰਿਆ ਦਾ ਸ਼ੁੱਕਰਵਾਰ ਮੰਨੀਏ। ਬ੍ਰਹਿਸਪਤ ਤੇ ਸ਼ੁਕਰਾਚਾਰਿਆ ਇਹਨਾਂ ਦੋਵਾਂ ਦਾ ਵਿਦਿਆ ਗੁਰੂ ਸੀ ਨਾਰਦ ਜੀ। ਇਹਨਾਂ ਦੋਵਾਂ ਨੇ ਵਿਦਿਆ ਨਾਰਦ ਜੀ ਤੋਂ ਪ੍ਰਾਪਤ ਕੀਤੀ ਸੀ। ਬ੍ਰਹਿਸਪਤ ਜਿਹੜੇ ਨੇ ਇਹਨਾਂ ਨੇ ਅੱਗੇ ਦੇਵਤਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਤੇ ਸ਼ੁਕਰਾਚਾਰਿਆ ਨੇ ਜਿਹੜੇ ਇਹਨਾਂ ਨੇ ਰਾਖਸ਼ਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਪਿੱਛੋਂ ਗੁਰੂ ਇੱਕ ਹੀ ਹੈ, ਵਿਦਿਆ ਦਾਤਾ ਇੱਕ ਹੀ ਹੈ ਤੇ ਅੱਗੋਂ ਇਹਨਾਂ ਨੇ ਜਿਹੜੇ ਆਪਣੇ ਵਿਦਿਆਰਥੀ ਚੁਣੇ ਨੇ ਵਿਦਿਆ ਦੇਣ ਵਾਸਤੇ ਉਹ ਵੱਖਰੇ ਖਿਆਲ ਵਾਲੇ ਚੁਣ ਲਏ ਨੇ। ਇਸ ਵਾਸਤੇ ਬ੍ਰਹਿਸਪਤੀ ਨੂੰ ਦੇਵਤਿਆਂ ਦਾ ਗੁਰੂ ਮੰਨਿਆ ਗਿਆ। 33 ਕਰੋੜ ਦੇਵਤੇ ਮੰਨੇ ਗਏ ਨੇ, ਉਹਨਾਂ ਸਾਰਿਆਂ ਦਾ ਗੁਰੂ ਹੈ ਜੋ ਉਹਨਾਂ ਸਾਰਿਆਂ ਨੂੰ ਵਿਦਿਆ ਦੇਣ ਵਾਲਾ ਇਹ ਬ੍ਰਹਿਸਪਤੀ ਹੈ। ਵੀਰ ਨੂੰ ਬ੍ਰਹਿਸਪਤੀ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਹੁਣ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਇਹ ਦੱਸਦੇ ਨੇ ਵੀਰਵਾਰ, ਭਾਈ ਜਿਹੜਾ ਵੀਰਵਾਰ ਵਾਲਾ ਦਿਨ ਹੈ, ਵੀਰ ਭਰਮ ਭਲਾਈ, ਇਹ ਵੀਰਵਾਰ ਵਾਲਾ ਜਿਹੜਾ ਵੀ ਦਿਨ ਹੈ ਵੀਰ, ਇਹ ਸਾਰਿਆਂ ਨੂੰ ਹੀ ਭਰਮ ਭੁਲੇਖਿਆਂ ਦੇ ਵਿੱਚ ਪਾ ਰਿਹਾ। ਬ੍ਰਹਿਸਪਤੀ ਜਿਹੜਾ ਇਹਨੇ ਜਿਨ੍ਹਾਂ ਨੂੰ ਵਿਦਿਆ ਦਿੱਤੀ ਇਹਨਾਂ ਆਪਣੇ ਦੇਵਤਿਆਂ ਨੂੰ, ਉਹਨਾਂ ਸਾਰਿਆਂ ਨੂੰ ਭਰਮ ਦੇ ਵਿੱਚ ਪਾਇਆ ਹੋਇਆ ਹੈ ਜੀ। ਪ੍ਰੇਤ ਭੂਤ ਸਭ ਦੂਜੈ ਲਾਏ। ਇਹ ਬਿਰਤੀਆਂ ਹੁੰਦੀਆਂ ਨੇ, ਸਾਡੀਆਂ ਰੂਹਾਂ ਨੇ ਜਿਹੜੀਆਂ, ਇਹ ਇਸੇ ਤਰ੍ਹਾਂ ਇੱਕ ਰੂਹ ਹੀ ਹੈ। ਇਹਦੀ ਬਿਰਤੀ ਜਿਹੜੀ ਹੈ ਉਸ ਬਿਰਤੀ ਦੇ ਅਨੁਸਾਰ ਫਿਰ ਇਹ ਜੂਨ ਦੇ ਵਿੱਚ ਅੱਗੇ ਜਾਂਦਾ ਹੈ। ਥੋੜ੍ਹਾ ਜਿਹਾ ਸਮਝਣਾ ਪਏਗਾ, ਫਿਰ ਗੱਲ ਦੀ ਸਮਝ ਆ ਜਾਵੇਗੀ। ਧੰਨ ਗੁਰਬਾਣੀ ਨੇ ਜੋ ਨਾਮ ਸਾਨੂੰ ਦੱਸੇ ਨੇ ਉਹ ਹੈਨ ਜ਼ਰੂਰ, ਭਾਵੇਂ ਉਹ ਕਲਪੇ ਹੋਏ ਨੇ ਤੇ ਭਾਵੇਂ ਯਥਾਰਥ ਨੇ, ਹੈਨ ਜ਼ਰੂਰ। ਜਿਵੇਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਉਹਦੇ ਅੰਦਰ ਵੀ ਆਉਂਦਾ ਹੈ ਮਿਰਗਾਜ, ਭੂਤ ਪ੍ਰੇਤ ਸ਼ੂਕਰ ਮਿਰਗਾਜ, ਭੂਤ ਪ੍ਰੇਤ ਸ਼ੂਕਰ ਮਿਰਗਾਜ। ਧੰਨ ਗੁਰੂ ਅਰਜਨ ਦੇਵ ਜੀ ਉੱਥੇ ਦੱਸਦੇ ਨੇ ਇਹ ਵੀ ਜੂਨਾਂ ਨੇ ਭਾਈ, ਇਹਨਾਂ ਜੂਨਾਂ ਦੇ ਵਿੱਚ ਵੀ ਉਸ ਪ੍ਰਭੂ ਪਰਮਾਤਮਾ ਦਾ ਵਾਸ ਹੈ। ਇਸੇ ਤਰ੍ਹਾਂ ਗੁਜਰੀ ਰਾਗਣੀ ਦੇ ਅੰਦਰ ਭਗਤਾਂ ਦੀ ਬਾਣੀ ਦੇ ਅੰਦਰ ਸ਼ਬਦ ਆਉਂਦਾ ਹੈ ਭਗਤ ਜੀ ਦਾ, ਉਹ ਵੀ ਦੱਸਦੇ ਨੇ ਅੰਤ ਬਾਰ ਜੋ ਮੰਦਰ ਸਿਮਰੇ, ਐਸੀ ਚਿੰਤਾ ਮੇਂ ਜੇ ਮਰੇ, ਪ੍ਰੇਤ ਜੌਨ ਵਲ ਵਲ ਉਤਰੇ। ਭਾਈ ਜੇ ਕੋਈ ਮਰਨ ਲੱਗਾ ਉਸ ਦਾ ਖਿਆਲ ਘਰ ਵਾਲੇ ਪਾਸੇ ਚਲਾ ਜਾਵੇ ਨਾ ਤੇ ਫਿਰ ਉਹ ਪ੍ਰੇਤ ਬਣ ਕੇ ਉਸ ਘਰ ਦੇ ਵਿੱਚ ਹੀ ਵਸ ਜਾਂਦਾ ਹੈ। ਇਸੇ ਤਰ੍ਹਾਂ ਹੀ ਭੂਤ ਜਿਹੜੀ ਇਹ ਵੀ ਇੱਕ ਜੂਨੀ ਹੈ। ਬਿਰਤੀਆਂ ਨੇ, ਜਿੱਥੇ ਕਿਸੇ ਦੀ ਬਿਰਤੀ ਹੋਵੇ, ਅੰਤਵਾਰ ਜੋ ਲక్ష్ਮੀ ਸਿਮਰੇ, ਕਈਆਂ ਦਾ ਖਿਆਲ ਹੀ ਮਾਇਆ ਦੇ ਵਿੱਚ ਲੱਗਿਆ ਰਹਿੰਦਾ ਹੈ ਤੇ ਉਹ ਫਿਰ ਸਰਪ ਜੋਨ, ਉਹਨੂੰ ਸੱਪ ਦੀ ਜੂਨੀ ਮਿਲਦੀ ਹੈ। ਸੋ ਧੰਨ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ, ਵੀਰਵਾਰ ਵੀਰ ਭਰਮ ਭੁਲਾਏ। ਭਾਈ ਵੀਰਵਾਰ ਜਿਹੜਾ ਬ੍ਰਹਿਸਪਤੀ, ਇਹਨੇ ਸਾਰਿਆਂ ਨੂੰ, ਜਿਤਨੇ ਵੀ ਇਸ ਦੇ ਦੇਵਤੇ ਨੇ ਬ੍ਰਹਿਸਪਤੀ ਦੇ, ਉਹਨਾਂ ਸਾਰਿਆਂ ਨੂੰ ਜੂਨੀ ਦੇ ਵਿੱਚ ਭਰਮ ਦੇ ਵਿੱਚ ਭੁਲਾਇਆ ਹੋਇਆ ਹੈ। ਤੇ 52 ਵੀਰ ਵੀ ਨੇ, ਵੀਰ ਆਖੇ ਜਾਂਦੇ ਨੇ, ਇਹਨਾਂ ਨੂੰ ਵੀ ਭਰਮ ਦੇ ਵਿੱਚ ਭੁਲਾਇਆ ਹੋਇਆ ਹੈ। ਪ੍ਰੇਤ ਭੂਤ ਸਭ ਦੂਜੇ ਲਾਏ, ਇਹ ਪਰਮਾਤਮਾ ਨੂੰ ਛੱਡ ਕੇ ਦੂਜੇ ਪਾਸੇ ਲੱਗੇ ਹੋਏ ਨੇ। ਜਿਤਨੇ ਵੀ ਦੇਵਤੇ ਨੇ ਇਹਨਾਂ ਨੂੰ ਭਰਮ ਦੇ ਵਿੱਚ ਕਿਵੇਂ ਭੁਲਾਇਆ ਬ੍ਰਹਿਸਪਤੀ ਨੇ, ਇਹਨਾਂ ਸਾਰਿਆਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੋੜਿਆ। ਜਿਵੇਂ ਧੰਨ ਗੁਰੂ ਨਾਨਕ ਦੇਵ ਨੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਿਆ, ਪਰਮਾਤਮਾ ਦੇ ਨਾਲ ਜੋੜਿਆ। 10ਵੇਂ ਪਾਤਸ਼ਾਹ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਗਏ ਨੇ। ਇਸ ਤਰ੍ਹਾਂ ਬ੍ਰਹਿਸਪਤੀ ਨੇ ਇਹਨਾਂ ਸਾਰਿਆਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਇਸ ਤਰ੍ਹਾਂ ਪਾਇਆ ਹੋਇਆ ਹੈ ਜਿਵੇਂ ਪ੍ਰੇਤ ਭੂਤ ਇਹ ਜੂਨੀਆਂ ਨੇ ਜਿਹੜੀਆਂ ਸਭ ਦੂਜੇ ਲਾਏ, ਇਹ ਸਾਰੇ ਦੂਜੇ ਪਾਸੇ ਪਾਪ ਪਰਮਾਤਮਾ ਨੂੰ ਛੱਡ ਕੇ ਤੇ
ਹੋਰ ਪਾਸੇ ਖਿਆਲ ਬਣੇ ਹੋਏ ਹਨ ਜੀ। ਆਪ ਪਾਏ ਕਰ ਵੇਖੈ ਵੇਖਾ। ਉਹ ਪ੍ਰਭੂ ਪਰਮਾਤਮਾ ਨੇ ਸਾਰੀਆਂ ਜੂਨੀਆਂ ਆਪ ਪੈਦਾ ਕੀਤੀਆਂ ਨੇ ਤੇ ਆਪਣੀਆਂ ਪੈਦਾ ਕੀਤੀਆਂ ਨੂੰ ਕਰਕੇ ਆਪ ਹੀ ਫਿਰ ਵੱਖਰਾ ਹੋ ਕੇ ਵੇਖਦਾ। ਵੇਖਾ ਦਾ ਅਰਥ ਹੁੰਦਾ ਵੱਖਰਾ। ਵੇਖੋ ਵੇਖੀ ਵੀ ਸ਼ਬਦ ਆਉਂਦਾ, ਉੱਥੇ ਵੀ ਆਪਾਂ ਅਰਥ ਕੀਤਾ ਸੀ ਵੱਖੋ ਵੱਖਰਾ। ਆਪ ਉਪਾਏ ਕਰ ਵੇਖੈ ਵੇਖਾ। ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਸਾਰੀਆਂ ਜੂਨੀਆਂ ਬਣਾਈਆਂ ਨੇ, ਆਪ ਹੀ ਸਾਰਾ ਕੁਝ ਬਣਾਇਆ ਹੈ ਤੇ ਆਪ ਹੀ ਫਿਰ ਇੱਕ ਪਾਸੇ ਵਖਰੇਵੇਂ ਦੇ ਨਾਲ ਸਾਰਿਆਂ ਨੂੰ ਵੇਖ ਰਿਹਾ ਹੈ ਜੀ। ਸਭਨਾ ਕਰਤੇ ਤੇਰੀ ਟੇਕਾ। ਟੇਕ ਦਾ ਅਰਥ ਹੁੰਦਾ ਹੈ ਆਸਰਾ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਤੂੰ ਕਰਨ ਵਾਲਾ ਹੈ ਤੇ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ, ਸਾਰਿਆਂ ਤੇ ਤੇਰਾ ਆਸਰਾ ਹੈ। ਆਪ ਉਪਾਏ ਕਰ ਵੇਖੇ ਵੇਖਾ। ਤੂੰ ਕਿਸੇ ਵੀ ਜੂਨ ਦੇ ਵਿੱਚ ਨਹੀਂ, ਸਾਰੀਆਂ ਜੂਨੀਆਂ ਤੋਂ ਵੱਖਰਾ ਹੈ ਤੇ ਆਪ ਪੈਦਾ ਕਰਕੇ ਆਪ ਹੀ ਫਿਰ ਸਾਰਿਆਂ ਨੂੰ ਵੇਖ ਰਿਹਾ ਹੈ। ਜਿੱਧਰ ਜਿੱਧਰ ਜਿਹਨੂੰ ਲਾਇਆ ਹੋਇਆ ਹੈ, ਜਿਤਨੇ ਵੀ ਹੈਗੇ ਨੇ ਉਹ ਆਸਰਾ ਤੇਰਾ ਹੀ ਰੱਖਦੇ ਨੇ। ਤੇਰੇ ਆਸਰੇ ਦੇ ਨਾਲ ਹੀ ਇਹ ਮੇਰੇ ਸੱਚੇ ਸਤਿਗੁਰ ਜੀ ਇਹ ਸਾਰੇ ਜਿਹੜੇ ਨੇ ਇਹ ਚੱਲ ਰਹੇ ਨੇ। ਇੱਕ ਨਿੱਕੀ ਜੀ ਸਾਖੀ ਦੇ ਨਾਲ ਜੁੜਦੇ ਹਾਂ। ਭਗਤ ਕਬੀਰ ਜੀ ਦੇ ਸਮੇਂ ਤੇ ਨਾ ਭਗਤ ਕਬੀਰ ਜੀ ਵਿਚਰ ਰਹੇ ਸਨ। ਇਹਨਾਂ ਦਾ ਕੰਮ ਸੀ ਖੱਡੀ ਬੁਣਨੀ ਤੇ ਜੋ ਖੱਦਰ ਬੁਣਿਆ ਹੈ ਉਹਨੂੰ ਵੇਚ ਆਉਣਾ। ਵੇਚਣ ਦੇ ਲਈ ਹੁਣ ਨਗਰਾਂ ਦੇ ਵਿੱਚ ਜਾਣਾ ਵੀ ਪੈਂਦਾ ਸੀ। ਗੁਜ਼ਰ ਰਹੇ ਨੇ ਕੀ ਵੇਖਦੇ ਨੇ ਕੋਈ 4-5 ਪ੍ਰਾਣੀ ਨੇ। ਇੱਕ ਕੋਈ ਸਾਧੂ ਦੇ ਲਿਬਾਸ ਦੇ ਵਿੱਚ ਹੈ ਤੇ ਉਹ ਕਿਸੇ ਮਾਈ ਨੂੰ ਨਾ ਕੋਈ ਤੰਤਰ ਮੰਤਰ ਪੜ੍ਹ ਕੇ ਤੇ ਇਸ ਤਰ੍ਹਾਂ ਲੱਗਦਾ ਸੀ ਵੀ ਇਹਦੇ ਸਰੀਰ 'ਚੋਂ ਕੁਝ ਕੱਢ ਰਿਹਾ ਤੇ ਕੁੱਜੇ ਦੇ ਵਿੱਚ ਪਾ ਰਿਹਾ। ਭਗਤ ਜੀ ਬੜੇ ਹੈਰਾਨ ਹੋਏ ਵੀ ਕੀ ਕੱਢ ਕੇ ਕੁੱਜੇ 'ਚ ਪਾ ਰਿਹਾ। ਇਹਨੇ ਕੀ ਕੀਤਾ, ਕੁੱਜੇ 'ਚ ਪਾ ਕੇ ਤੇ ਚਰਾਏ ਚਲੇ ਜਾ ਕੇ ਨੱਪ ਦਿੱਤਾ। ਜਦੋਂ ਉੱਥੇ ਨੱਪ ਦਿੱਤਾ ਤੇ ਭਗਤ ਜਿਹੜੇ ਨੇ ਇਹ ਨਿਰਭੈ ਹੁੰਦੇ ਨੇ, ਇਹਨਾਂ ਨੂੰ ਡਰ ਨਹੀਂ ਹੁੰਦਾ। ਭਗਤ ਜੀ ਨੇ ਜਾ ਕੇ ਕੁੱਜਾ ਪੱਟ ਲਿਆ ਤੇ ਵੇਖਿਆ ਅੰਦਰੋਂ ਪਰਮਾਤਮਾ ਦੇ ਦਰਸ਼ਨ ਹੋਏ। ਸੱਚੇ ਸਤਿਗੁਰ ਦੇ ਦਰਸ਼ਨ ਕਰਕੇ ਭਗਤ ਜੀ ਬੜੇ ਹੈਰਾਨ ਹੋ ਗਏ ਵੀ ਤੁਸੀਂ ਇੱਥੇ ਤੇ ਇਹਨਾਂ ਨੇ ਤੁਹਾਡੀ ਇਹ ਹਾਲਤ ਕਰ ਰੱਖੀ ਹੈ, ਤੁਹਾਨੂੰ ਕੁੱਜੇ ਵਿੱਚ ਪਾ ਰੱਖਿਆ ਹੈ। ਪਰਮਾਤਮਾ ਨੇ ਫਿਰ ਭਗਤ ਕਬੀਰ ਜੀ ਦਾ ਭਰਮ ਦੂਰ ਕਰਨ ਦੇ ਲਈ ਗਿਆਨ ਦਿੱਤਾ। ਭਗਤ ਜੀ ਜਿਸ ਭਾਵਨਾ ਦੇ ਨਾਲ ਕੋਈ ਸਾਨੂੰ ਯਾਦ ਕਰਦਾ ਨਾ, ਫਿਰ ਉਸੇ ਭਾਵਨਾ ਦੇ ਨਾਲ ਅਸੀਂ ਉਹਨੂੰ ਦਰਸ਼ਨ ਦੇ ਦਿੰਦੇ ਹਾਂ। ਸਭਨਾ ਕਰਤੇ ਤੇਰੀ ਟੇਕਾ। ਆਸਰਾ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਇਹ ਸਾਰਿਆਂ ਦੇ ਵਿੱਚ ਪਰਮਾਤਮਾ ਵਾਹਿਗੁਰੂ ਵਸੇ ਹੈ। ਜਿਸ ਤਰ੍ਹਾਂ ਦੀ ਕਿਸੇ ਦੀ ਭਾਵਨਾ ਹੁੰਦੀ ਹੈ, ਜਿਸ ਤਰ੍ਹਾਂ ਦੀ ਕੋਈ ਅੰਦਰ ਭਾਵਨਾ ਬਣਾ ਕੇ ਤੁਰਦਾ ਹੈ, ਉਹ ਪ੍ਰਭੂ ਪਰਮਾਤਮਾ ਫਿਰ ਉਸੇ ਤਰ੍ਹਾਂ ਦਾ ਉਹਨੂੰ ਆਸਰਾ ਦੇ ਦਿੰਦਾ ਹੈ ਜੀ। ਜੀ ਅਜੰਤ ਤੇਰੀ ਸਰਨਾਈ। ਜਿਤਨੇ ਵੀ ਅਸੀਂ ਜੀਵਾਂ, ਜਿਤਨੇ ਵੀ ਜੰਤੂ ਨੇ, ਇਹ ਮੇਰੇ ਵਾਹਿਗੁਰੂ, ਇਹ ਸੱਚੇ ਸਤਿਗੁਰ ਜੀ, ਇਹ ਸਾਰੇ ਦੇ ਸਾਰੇ ਤੇਰੀ ਸ਼ਰਨ ਦੇ ਵਿੱਚ ਹਨ। ਸੋ ਮਿਲੈ ਜਿਸ ਲਹਿ ਮਿਲਾਈ। ਮਿਲਦਾ ਉਹ ਹੈ ਜਿਨ ਤੂੰ ਮਿਲਾ ਲੈਣਾ ਹੈ, ਦੂਜਾ ਮਿਲ ਨਹੀਂ ਸਕਦਾ। ਸੋ ਮਿਲੇ ਜਿਸ ਲਹਿ ਮਿਲਾਈ। ਜਿਹਨੂੰ ਤੂੰ ਆਪ ਮਿਲਾਉਣਾ ਕਰਦਾ ਨਾ ਉਹ ਮਿਲਦਾ, ਦੂਜਾ ਨਹੀਂ ਮਿਲਦਾ। ਜਿਹਨੂੰ ਮਿਲਾਉਣਾ ਹੁੰਦਾ ਪ੍ਰਭੂ ਪਰਮਾਤਮਾ ਨੇ ਉਹਦੀ ਬੁੱਧੀ ਬੜੀ ਤੀਵਰ ਤੇ ਸ੍ਰੇਸ਼ਟ ਕਰ ਦਿੰਦਾ ਹੈ। ਉਹਦਾ ਜੀਵਨ ਹੈ ਜਿਹੜਾ ਉਹ ਬੜਾ ਸੱਚਾ ਤੇ ਸੁੱਚਾ ਹੋ ਜਾਂਦਾ ਹੈ। ਕਿਸੇ ਪ੍ਰਕਾਰ ਦੇ ਉਹ ਵਹਿਮ ਭਰਮ ਦੇ ਵਿੱਚ ਨਹੀਂ ਪੈਂਦਾ। ਆਪ ਪਰਮਾਤਮਾ ਫਿਰ ਆਣ ਕੇ ਉਸ ਦੀ ਬਾਂਹ ਫੜ ਕੇ ਉਹਨੂੰ ਸਿੱਧੇ ਰਸਤੇ ਤੋਰਦਾ। ਭੁੱਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ। ਜਿੰਦੇ ਤੇ ਗੁਰੂ ਦੀ ਕਿਰਪਾ ਹੋ ਜਾਂਦੀ, ਉਸ ਭੁੱਲੇ ਹੋਏ ਸਿੱਖ ਨੂੰ ਵੀ ਗੁਰੂ ਆਣ ਕੇ ਸਮਝਾਉਂਦਾ ਹੈ। ਤੇ ਜੇ ਉਹ ਉਜਾੜ ਵਾਲੇ ਪਾਸੇ ਭਾਵ ਜੀਵਨ ਨੂੰ ਗਲਤ ਪਾਸੇ ਤੋਰੇ ਇਹਨਾਂ ਤੇ ਫਿਰ ਗੁਰੂ ਕਿਰਪਾ ਕਰਦਾ ਹੈ, ਆਪ ਉਹਨੂੰ ਸਿੱਧੇ ਰਸਤੇ ਤੇ ਪਾਣਾ ਕਰਦਾ ਹੈ। ਇਸੇ ਤਰ੍ਹਾਂ ਭਗਤ ਕਬੀਰ ਜੀ ਨੂੰ ਕਿਸੇ ਨੇ ਉਤੇਜਿਤ ਕਰ ਦਿੱਤਾ ਵੀ ਤੁਸੀਂ ਇਸ ਤਰ੍ਹਾਂ ਕਰੋ, ਮੱਕੇ ਦੇ ਜਾ ਕੇ ਨਾ ਦਰਸ਼ਨ ਕਰੋ। ਤੇ ਭਗਤ ਕਬੀਰ ਜੀ ਸਨ ਜਿਹੜੇ ਇਹ ਤਿਆਰ ਹੋ ਗਏ ਵੀ ਚਲੋ ਆਪਾਂ ਵੀ ਮੱਕੇ ਚੱਲ ਕੇ ਆਉਂਦੇ ਹਾਂ। ਤੇ ਪਰਮਾਤਮਾ ਨੇ ਫਿਰ ਆਪ ਰੋਕਿਆ। ਤਾਂ ਕਿਨ ਫਰਮਾਈ ਗਾਏ। ਭਗਤ ਜੀ ਨੂੰ ਸ਼ਬਦ ਆਏਗਾ ਗੁਰਬਾਣੀ ਦੇ ਅੰਦਰ ਅੱਗੇ,
ਪਰਮਾਤਮਾ ਨੇ ਆਖਿਆ ਵੀ ਤੈਨੂੰ ਕਿਹਨੇ ਆਖਿਆ ਵੀ ਉੱਥੇ ਮੈਂ ਆ, ਮੈਂ ਤਾਂ ਇੱਥੇ ਵੀ ਹਾਂ। ਤੂੰ ਯਾਦ ਕਰ, ਆਪਣੇ ਅੰਦਰ ਨੂੰ ਸ਼ੁੱਧ ਤੇ ਪਵਿੱਤਰ ਕਰ, ਤੇ ਮੈਂ ਤੇਰੇ ਅੰਦਰ ਉਦੋਂ ਹੀ ਵਾਸਾ ਕਰ ਲੈਣਾ, ਤੇਰੇ ਅੰਦਰ ਉਦੋਂ ਹੀ ਵਸ ਜਾਣਾ ਹੈ। ਆਪ ਪਾਏ ਸਭ ਕੀਮਤ ਪਾਈ। ਉਹ ਪਰਮਾਤਮਾ ਆਪ ਪੈਦਾ ਕਰਦਾ ਹੈ ਤੇ ਆਪ ਹੀ ਸਾਰਿਆਂ ਨੂੰ ਜਾਣਦਾ। ਜੀ ਜੰਤ ਤੇਰੀ ਸਰਨਾਈ, ਸੋ ਮਿਲੇ ਜਿਸ ਲੈ ਮਨਾਈ। ਜਿਤਨੇ ਵੀ ਜੀਵ ਜੰਤੂ ਨੇ ਉਸ ਪ੍ਰਭੂ ਦੀ ਸ਼ਰਨ ਨੇ ਤੇ ਮਿਲਦਾ ਉਹ ਹੈ ਜਿਹਨੂੰ ਆਪ ਮਿਲਾਉਂਦਾ। ਜਿਹਨੂੰ ਨਹੀਂ ਮਿਲਾਉਣਾ ਹੁੰਦਾ ਫਿਰ ਗੁਰਬਾਣੀ ਉਹਨੂੰ ਇਸ ਤਰ੍ਹਾਂ ਦੱਸਦੀ ਏ, ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ। ਗੁਰਬਾਣੀ ਦਾ ਸ਼ਬਦ ਹੈ, ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ। ਅੰਨਾ ਅੱਖਾਂ ਕਰਕੇ ਨਹੀਂ, ਅੰਨਾ ਗਿਆਨ ਕਰਕੇ ਹੋ ਗਿਆ। ਅੰਧੇ ਅਕਲੀ ਬਾਹਰੇ, ਗੁਰਬਾਣੀ ਉਹਨਾਂ ਨੂੰ ਅੰਨੇ ਮੰਨਦੀ ਹੈ ਜਿਨ੍ਹਾਂ ਦੇ ਵਿੱਚ ਅਕਲ ਨਹੀਂ ਹੈਗੀ, ਜਿਨ੍ਹਾਂ ਦੇ ਵਿੱਚ ਸੋਝੀ ਨਹੀਂ ਹੈਗੀ। ਤੇ ਫਿਰ ਜਿੰਦੇ ਅੰਦਰ ਗਿਆਨ ਦੀਆਂ ਅੱਖਾਂ ਨਹੀਂ, ਜਿਹੜਾ ਗਿਆਨ ਵਾਲੇ ਪਾਸੋਂ ਅੰਨਾ ਹੈ। ਤੇ ਅੱਗੇ ਗੁਰਬਾਣੀ ਦੱਸਦੀ ਮੂਰਖ ਅੰਧ ਗਿਆਨ। ਇਹ ਮੂਰਖ ਹੈ ਤੇ ਹੁਣ ਇਹਦਾ ਗਿਆਨ ਹੈ ਨਾ ਜਿਹੜਾ ਉਹ ਵੀ ਅੰਨਾ ਹੀ ਹੋਏਗਾ। ਮੈਂ ਇੱਕ ਵਾਰੀ ਫਿਰ ਥੋੜਾ ਜਿਹਾ ਯਤਨ ਕਰਾਂ ਤਾਂ ਕਿ ਗੱਲ ਦੀ ਸਮਝ ਆ ਜਾਵੇ। ਧੰਨ ਗੁਰਬਾਣੀ ਨੇ ਇੱਕ ਫੈਸਲਾ ਦਿੱਤਾ ਹੈ। ਸੱਚੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ, ਅੰਧੇ ਅਕਲੀ ਬਾਹਰੇ। ਭਈ ਅਸਲ ਵਿੱਚ ਅੰਨੇ ਉਹ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਅਕਲ ਵਾਲੀ ਜਮਾਤ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ, ਅਕਲ ਵਾਲੀ ਕਲਾਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ, ਉਹ ਅੰਨੇ ਨੇ। ਤੇ ਜਿਹੜੇ ਅੰਨੇ ਨੇ ਫਿਰ ਉਹਨਾਂ ਨੂੰ ਪਰਮਾਤਮਾ ਲਾਂਦਾ ਕਿਹੜੇ ਪਾਸੇ ਹੈ? ਮੂਰਖ ਅੰਧ ਗਿਆਨ। ਇਹ ਮੂਰਖ ਨੇ ਤੇ ਇਹਨਾਂ ਕੋਲ ਗਿਆਨ ਹੈ ਨਾ ਜਿਹੜਾ ਉਹ ਵੀ ਅੰਨਾ ਹੋਏਗਾ। ਗਿਆਨ ਤਾਂ ਹੈ ਪਰ ਉਹ ਗਿਆਨ ਸੱਚਾ ਨਹੀਂ, ਸਜਾਖਾ ਗਿਆਨ ਨਹੀਂ, ਉਹ ਅੰਨਾ ਗਿਆਨ ਹੈ। ਨਾਨਕ ਨਦਰੀ ਬਾਹਰੇ ਕਬੇ ਨਾ ਪਾਵੇ ਮਾਨ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸੱਚੇ ਸਤਿਗੁਰ ਦੀ ਦ੍ਰਿਸ਼ਟੀ 'ਚ ਬਾਹਰ ਹੋ ਗਏ ਨੇ। ਨਦਰੀ ਦਾ ਅਰਥ ਹੁੰਦਾ ਹੈ ਦਇਆ ਦ੍ਰਿਸ਼ਟੀ। ਇਹ ਸੱਚੇ ਸਤਿਗੁਰ ਦੀ ਦਇਆ ਦ੍ਰਿਸ਼ਟੀ 'ਚੋਂ ਬਾਹਰ ਹੋ ਗਏ ਨੇ ਤੇ ਇਹਨਾਂ ਨੂੰ ਕਦੇ ਵੀ ਸੱਚੇ ਸਤਿਗੁਰ ਦੇ ਦਰ ਤੋਂ ਸਤਿਕਾਰ ਨਹੀਂ ਮਿਲਦਾ, ਮਾਨ ਨਹੀਂ ਮਿਲਦਾ। ਸੋ ਮਿਲੇ ਜਿਸ ਲਹਿ ਮਿਲਾਈ। ਜਿੰਦੇ ਦੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਰਹਿਮਤ ਹੁੰਦੀ ਹੈ ਭਾਈ, ਉਹ ਉਸ ਪਰਮਾਤਮਾ ਸੱਚੇ ਸਤਿਗੁਰ ਨੂੰ ਜਾ ਕੇ ਮਿਲਦਾ ਹੈ ਜੀ। ਸ਼ੁਕਰਵਾਰ ਪ੍ਰਭ ਰਜਿਆ ਸਮਾਈ। ਅੱਗੇ ਸ਼ੁਕਰਵਾਰ ਇਹ ਸ਼ੁਕਰਾਚਾਰੀਏ ਰਾਖਸ਼ਾਂ ਦੇ ਗੁਰੂ ਮੰਨੇ ਗਏ ਨੇ। ਜਿਤਨੀ ਵਿਦਿਆ ਦਿੱਤੀ ਸ਼ੁਕਰਾਚਾਰਿਆ ਨੇ ਰਾਖਸ਼ਾਂ ਨੂੰ ਦਿੱਤੀ ਹੈ। ਮੈਂ ਇੱਕ ਵਾਰੀ ਫਿਰ ਦੱਸ ਦਿਆਂ, ਬ੍ਰਹਸਪਤੀ ਤੇ ਸ਼ੁਕਰਾਚਾਰੀਆ ਇਹਨਾਂ ਦੋਵਾਂ ਦਾ ਗੁਰੂ ਇੱਕੋ ਹੀ ਹੈ ਤੇ ਉਸ ਦਾ ਨਾਮ ਹੈ ਨਾਰਦ ਮੁਨੀ ਜੀ। ਦੋਵਾਂ ਨੂੰ ਪੜ੍ਹਾਇਆ ਇਹਨੇ। ਇਹਨਾਂ ਵਿੱਚੋਂ ਜਿਹੜਾ ਬ੍ਰਹਸਪਤੀ ਸੀ ਉਹ ਦੇਵਤਿਆਂ ਨੂੰ ਪੜ੍ਹਾਉਣ ਲੱਗ ਗਿਆ ਤੇ ਜਿਹੜਾ ਸ਼ੁਕਰਾਚਾਰਿਆ ਸੀ ਉਹ ਰਾਖਸ਼ਾਂ ਨੂੰ ਪੜ੍ਹਾਉਣ ਲੱਗ ਗਿਆ। ਹੁਣ ਸ਼ੁੱਕਰਵਾਰ ਹੈ ਜਿਹੜਾ, ਇਹ ਸ਼ੁਕਰਾਚਾਰਿਆ ਦੇ ਨਾਮ ਤੇ ਇਸ ਦਿਨ ਦਾ ਨਾਂ ਰੱਖਿਆ ਗਿਆ ਹੈ। ਸ਼ੁੱਕਰਵਾਰ ਪ੍ਰਭ ਰਹਾ ਸਮਾਈ। ਧੰਨ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ, ਸ਼ੁੱਕਰਵਾਰ ਨੂੰ ਸਿਧਾਂਤ ਬਣਾ ਕੇ ਦੱਸਦੇ ਨੇ ਵੀ ਉਹ ਪ੍ਰਭੂ ਪਰਮਾਤਮਾ ਇਹਨਾਂ ਦੇ ਵਿੱਚ ਵੀ। ਇਹ ਨਹੀਂ ਵੀ ਰਾਖਸ਼ਾਂ ਦੇ ਵਿੱਚ ਰੱਬ ਨਹੀਂ, ਕਿਉਂਕਿ ਸਭਨਾ ਤੇਰੀ ਟੇਕਾ। ਸਾਰਿਆਂ ਦੇ ਉੱਤੇ ਇੱਕ ਪ੍ਰਭੂ ਪਰਮਾਤਮਾ ਦਾ ਆਸਰਾ। ਸਭਨਾ ਕਰਤੇ ਤੇਰੀ ਟੇਕਾ। ਹੈ ਮੇਰੇ ਸੱਚੇ ਸਤਿਗੁਰ, ਸਾਰਿਆਂ ਨੂੰ ਤੇਰਾ ਆਸਰਾ ਹੈ। ਜੇ ਉਹ ਰਾਖਸ਼ ਹੈ ਤੇ ਉਹਨੂੰ ਵੀ ਤੇਰਾ ਆਸਰਾ, ਉਹ ਵੀ ਤੇਰਾ ਨਾਮ ਲੈ ਕੇ ਤੁਰਦਾ। ਇਸ ਤਰ੍ਹਾਂ ਤੂੰ ਸਾਰਿਆਂ ਦੇ ਵਿੱਚ ਵਿਆਪਕ ਹੈ ਜੀ। ਆਪ ਪਾਏ ਸਭ ਕੀਮਤ ਪਾਈ। ਜਾਣਦਾ ਤੂੰ ਆਪੇ, ਆਪ ਪੈਦਾ ਕੀਤਾ ਤੇ ਆਪ ਤੂੰ ਇਸ ਗੱਲ ਨੂੰ ਜਾਣਦਾ। ਸਾਡੇ ਇਹ ਸਮਝ ਵਿੱਚ ਨਾ ਆਉਣ ਵਾਲੀ ਹੈ। ਸਾਡੇ ਲਈ ਇਹ ਵਖਰੇਵਾਂ ਹੈ, ਤੇਰੇ ਲਈ ਵਖਰੇਵਾਂ ਨਹੀਂ। ਅਸੀਂ ਇਹਨਾਂ ਨੂੰ ਵੱਖ-ਵੱਖ ਵੇਖਦੇ ਹਾਂ। ਇਹ ਦੇਵਤਾ ਹੈ, ਇਹ ਰਾਖਸ਼ ਹੈ। ਦੇਵਤਿਆਂ ਦੇ ਮੰਦਰ ਬਣਾਏ ਜਾਂਦੇ ਨੇ, ਪੂਜਾ ਕੀਤੀ ਜਾਂਦੀ ਹੈ ਤੇ ਜਿਹੜੇ ਰਾਖਸ਼ ਨੇ ਉਹਨਾਂ ਦੇ ਨਹੀਂ ਮੰਦਰ ਬਣਾਏ ਜਾਂਦੇ, ਉਹਨਾਂ ਦੀ ਪੂਜਾ ਨਹੀਂ ਕੀਤੀ ਜਾਂਦੀ। ਇਹ ਵਖਰੇਵਾਂ ਅਸੀਂ ਕੀਤਾ ਹੈ। ਆਪ ਉਪਾਏ ਸਭ ਕੀਮਤ ਪਾਈ। ਇੱਥੇ ਕੀਮਤ ਦਾ ਅਰਥ ਇਹ ਜਾਣਦਾ ਹੈ, ਆਪਣੇ ਪੈਦਾ ਕੀਤਿਆਂ ਨੂੰ ਤੂੰ ਆਪ ਹੀ। ਆਪ ਉਪਾਏ ਸਭ ਕੀਮਤ ਪਾਈ।
ਜਿਤਨਾ ਕੁਝ ਵੀ ਤੂੰ ਪੈਦਾਇਸ਼ ਕੀਤੀ ਹੈ, ਪੈਦਾ ਕੀਤਾ ਹੈ, ਉਹਨਾਂ ਸਾਰਿਆਂ ਨੂੰ ਤੂੰ ਆਪ ਜਾਣਦਾ ਹੈ ਜੀ। ਗੁਰਮੁਖ ਹੋਵੇ ਸੋ ਕਰੈ ਵਿਚਾਰ। ਜਿਹੜਾ ਮਨਮੁਖ ਹੋਏਗਾ ਉਹ ਇਹਨਾਂ ਦਾ ਵਖਰੇਵਾਂ ਕਰ ਦੇਵੇਗਾ, ਤੇ ਜਿਹੜਾ ਗੁਰਮੁਖ ਹੋਏਗਾ ਨਾ ਉਹ ਵਿਚਾਰ ਕਰੇਗਾ ਵੀ ਇਹਦੇ ਵਿੱਚ ਵੀ ਪਰਮਾਤਮਾ ਹੈ ਤੇ ਇਹਦੇ ਵਿੱਚ ਵੀ ਪਰਮਾਤਮਾ ਹੈ। ਫਿਰ ਵਿਚਾਰ ਕਿਵੇਂ ਕਰੇਗਾ? ਚਲੋ ਪਹਿਲੋਂ ਲੋਕੀ ਡਰਾਮੇ ਵੇਖਦੇ ਹੁੰਦੇ ਸੀ, ਨਾਟਕ ਵੇਖਦੇ ਹੁੰਦੇ ਸੀ, ਚਲਚਿੱਤਰ ਜਿਹੜੇ ਸਨ ਇਹ ਨਹੀਂ ਸਨ ਆਏ। ਭਾਵ ਜਿਹੜੀਆਂ ਪਿਕਚਰਾਂ ਨੇ ਇਹ ਨਹੀਂ ਸਨ ਆਈਆਂ। ਇਹਨਾਂ ਨੂੰ ਹਿੰਦੀ ਵਿੱਚ ਤੇ ਪੰਜਾਬੀ ਵਿੱਚ ਚਲਚਿੱਤਰ ਆਖਿਆ ਜਾਂਦਾ। ਚੱਲ ਦਾ ਅਰਥ ਹੁੰਦਾ ਚੱਲਣ ਵਾਲੇ, ਤੇ ਚਿੱਤਰ ਦਾ ਅਰਥ ਹੈ ਚਿੱਤਰ। ਹਨ ਚਿੱਤਰ, ਤੇ ਚਿੱਤਰ ਜਿਹੜੇ ਨੇ ਇਹ ਚੱਲ ਰਹੇ ਨੇ। ਇੱਕ ਚਿੱਤਰ ਹੁੰਦਾ ਹੈ ਕੰਧ ਤੇ ਬਣਿਆ ਖੜਾ ਹੈ, ਕਾਗਜ਼ ਤੇ ਬਣਿਆ, ਉਹ ਚਿੱਤਰ ਖੜਾ ਹੈ, ਚੱਲਦਾ ਨਹੀਂ, ਉਹਨੂੰ ਕੱਲਾ ਚਿੱਤਰ ਆਖਿਆ ਜਾਂਦਾ ਹੈ। ਤੇ ਜਿਹੜੇ ਅਸੀਂ ਟੀਵੀ 'ਚ ਵੇਖਦੇ ਹਾਂ ਇਹ ਚੱਲ ਚਿੱਤਰ ਨੇ, ਜਿਨ੍ਹਾਂ ਨੂੰ ਪਿਕਚਰਾਂ ਜਾਂ ਨਾਟਕ ਦੇ ਨਾਮ ਦੇ ਨਾਲ ਅਸੀਂ ਜਾਣਦੇ ਹਾਂ। ਚੱਲ ਚਿੱਤਰ ਇਹ ਚੱਲਣ ਵਾਲੇ ਚਿੱਤਰ ਨੇ। ਹੁਣ ਜਦੋਂ ਕੋਈ ਵੀ ਪਿਕਚਰ ਬਣਾਉਣੀ ਹੈ ਉਹਦੇ ਵਿੱਚ ਕਈ ਭਾਂਤ ਦੇ ਜਿਹੜੇ ਪਾਤਰ ਨੇ ਉਹ ਹੋਣਗੇ ਜਿਨ੍ਹਾਂ ਨੇ ਉਹ ਪਿਕਚਰ ਬਣਾਉਣੀ ਹੈ। ਇੱਕ ਇਮਾਨਦਾਰ ਹੋ ਜਾਏਗਾ, ਇੱਕ ਬੇਈਮਾਨ ਹੋ ਜਾਏਗਾ। ਜੇ ਸਾਰੇ ਇਮਾਨਦਾਰ ਹੋਣ ਤੇ ਫਿਰ ਤਾਂ ਰੌਲਾ ਹੀ ਨਹੀਂ ਪੈਂਦਾ। ਰੌਲਾ ਉਦੋਂ ਪਏਗਾ ਜਦੋਂ ਕੋਈ ਇੱਕ ਦੂਜੇ ਦੀ ਵਿਰੋਧਤਾ ਕਰੇਗਾ। ਇੱਕ ਵਿਰੋਧੀ ਹੋਏਗਾ ਦੂਸਰੇ ਦਾ, ਸੱਚ ਦਾ ਝੂਠ ਵਿਰੋਧੀ ਹੋਏਗਾ, ਝੂਠ ਦਾ ਸੱਚ ਵਿਰੋਧੀ ਹੋਏਗਾ, ਤੇ ਫਿਰ ਇਹ ਕਹਾਣੀ ਹੈ ਜਿਹੜੀ ਅੱਗੇ ਤੋਂ ਅੱਗੇ ਚੱਲ ਪੈਂਦੀ ਹੈ। ਜਿਹੜਾ ਹੁਣ ਮਨਮੁਖ ਹੈ ਨਾ ਉਹ ਇਸ ਗੱਲ ਦੀ ਵਿਚਾਰ ਨਹੀਂ ਕਰੇਗਾ, ਉਹ ਵਖਰੇਵੇਂ ਨਾਲ ਵੇਖਦਾ ਸਾਰਿਆਂ ਨੂੰ। ਤੇ ਜਿਹੜਾ ਗੁਰਮੁਖ ਹੈ ਸੋ ਕਰੇ ਵਿਚਾਰ, ਉਹ ਇਸ ਗੱਲ ਦੀ ਵਿਚਾਰ ਕਰਦਾ। ਕਿਹੜੀ ਗੱਲ ਦੀ? ਵੀ ਜਿਹੜਾ ਝੂਠਾ ਹੈ ਉਹ ਵੀ ਪਰਮਾਤਮਾ ਤੋਂ, ਜਿਵੇਂ ਪ੍ਰਕਾਸ਼ ਵੀ ਪਰਮਾਤਮਾ ਤੋਂ, ਹਨੇਰਾ ਵੀ ਪਰਮਾਤਮਾ ਤੋਂ ਹੈ। ਨਮੋ ਅੰਧਕਾਰੇ, ਦਸਵੇਂ ਪਾਤਸ਼ਾਹ ਨੇ ਆਖਿਆ ਨਮਸਕਾਰੇ ਤੈਨੂੰ ਅੰਧਕਾਰੇ, ਹਨੇਰੇ ਦੇ ਵਿੱਚ ਜਾਂ ਹਨੇਰੇ ਨੂੰ ਪੈਦਾ ਕਰਨ ਵਾਲੇ ਪਰਮਾਤਮਾ, ਹਨੇਰਾ ਰੂਪ ਪਰਮਾਤਮਾ ਵਾਹਿਗੁਰੂ ਤੈਨੂੰ ਨਮਸਕਾਰ ਹੈ। ਧੰਨ ਗੁਰੂ ਮਹਾਰਾਜ ਜੀ ਦਸਵੇਂ ਪਾਤਸ਼ਾਹ ਜਾਪ ਸਾਹਿਬ ਦੀ ਬਾਣੀ ਜਦੋਂ ਪੜ੍ਹੀ ਦੀ ਹੈ ਨਾ, ਤੇ ਫਿਰ ਥੋੜ੍ਹਾ ਜਿਹਾ ਜੇ ਵਿਚਾਰ ਦੇ ਨਾਲ ਤੁਰੀਏ ਤੇ ਬੜੀ ਹੈਰਾਨਗੀ। ਇਤਨੀ ਸਮਦ੍ਰਿਸ਼ਟੀ ਕਿ ਕਿਸੇ ਦੇ ਵਿੱਚ ਕੋਈ ਔਗਣ ਵੇਖੀਏ ਨਹੀਂ। ਜਿੱਥੇ ਔਗਣ ਵੇਖਾਂਗੇ ਉੱਥੇ ਫਿਰ ਪਰਮਾਤਮਾ ਨਹੀਂ, ਕਿਉਂਕਿ ਪਰਮਾਤਮਾ ਦੇ ਅੰਦਰ ਤਾਂ ਸਾਰੇ ਗੁਣ ਨੇ, ਉਸ ਵਾਹਿਗੁਰੂ ਦੇ ਵਿੱਚ ਤਾਂ ਸਾਰੇ ਗੁਣ ਨੇ। ਇਸ ਕਰਕੇ ਸਾਰਿਆਂ ਦੇ ਵਿੱਚ ਉਸ ਪਰਮਾਤਮਾ ਦਾ ਵਾਸਾ, ਤੇ ਉਹ ਪਰਮਾਤਮਾ ਸਾਰਿਆਂ ਦੇ ਅੰਦਰ ਵਸਿਆ ਹੋਇਆ ਤੇ ਸਾਰਿਆਂ ਨੂੰ ਬਣਾਉਣ ਵਾਲਾ ਹੈ। ਗੁਰਮੁਖ ਹੋਵੇ ਸੋ ਕਰੇ ਵਿਚਾਰੇ, ਬੜੀ ਡੂੰਘਾਈ ਵਾਲੀ ਵਿਚਾਰ ਹੈ, ਮੇਰੇ ਤੋਂ ਸਮਝਾਈ ਨਹੀਂ ਜਾਂਦੀ। ਇਹਦੀ ਵਿਚਾਰ ਹੈ ਜਿਹੜੀ ਇਹ ਗੁਰਮੁਖ ਹੀ ਕਰ ਸਕਦਾ ਹੈ, ਜਿੰਦੀ ਧੰਨ ਗੁਰੂ ਦਸਵੇਂ ਪਾਤਸ਼ਾਹ ਦੀ ਤਰ੍ਹਾਂ ਸਮਦ੍ਰਿਸ਼ਟੀ ਹੋ ਜਾਵੇ ਜੀ। ਸੱਚ ਸੰਜਮ ਕਰਨੀ ਹੈ ਕਾਰ। ਗੁਰਮੁਖ ਜਿਹੜਾ ਜਿੰਦੀ ਸਮਦ੍ਰਿਸ਼ਟੀ ਹੋ ਗਈ ਹੈ, ਜਿਨੇ ਉਸ ਪ੍ਰਭੂ ਪਰਮਾਤਮਾ ਨੂੰ ਹਨੇਰੇ ਵਿੱਚ ਵੀ ਵੇਖ ਲਿਆ, ਪ੍ਰਕਾਸ਼ ਵਿੱਚ ਵੀ ਵੇਖ ਲਿਆ, ਰਾਖਸ਼ਾਂ ਵਿੱਚ ਵੀ ਵੇਖ ਲਿਆ, ਦੇਵਤਿਆਂ ਵਿੱਚ ਵੀ ਵੇਖ ਲਿਆ, ਉਹਦੇ ਲਈ ਕੋਈ ਵਖਰੇਵਾ ਹੀ ਨਹੀਂ ਰਿਹਾ, ਸਾਰਾ ਕੁਝ ਇੱਕ ਹੀ ਹੋ ਗਿਆ ਹੈ। ਉਹਦਾ ਜੀਵਨ ਕਿਸ ਤਰ੍ਹਾਂ ਦਾ ਹੋਏਗਾ? ਸੱਚ। ਉਹਦਾ ਜੀਵਨ ਸੱਚ ਦਾ ਹੋਏਗਾ। ਸੰਜਮ, ਸੰਜਮ ਦਾ ਅਰਥ ਹੁੰਦਾ ਸੈਲਫ ਕੰਟਰੋਲ, ਆਪਣੇ ਆਪ ਤੇ ਨਿਰੰਤਰ ਰੱਖਣਾ। ਸਹਿਜ ਅਵਸਥਾ ਦੀ ਪ੍ਰਾਪਤੀ ਹੋ ਜਾਣੀ। ਕਰਨੀ ਹੈ ਕਾਰ, ਇਹ ਉਹ ਕੰਮ ਕਰਦਾ ਹੈ। ਉਹਦਾ ਜੀਵਨ ਨੇ ਜਿਹੜਾ ਇਸ ਤਰ੍ਹਾਂ ਦਾ ਹੋ ਜਾਏਗਾ, ਉਹ ਸੱਚ ਦਾ ਧਾਰਨੀ ਹੋਏਗਾ ਤੇ ਸੰਜਮ ਦੇ ਨਾਲ ਰਹੇਗਾ, ਨਿਰੰਤਰ ਨਿਯਮਬੰਧ ਹੋਏਗਾ। ਉਹ ਨਿਯਮ ਚੋਂ ਬਾਹਰ ਨਹੀਂ ਜਾਏਗਾ, ਸੰਜਮ ਦੇ ਵਿੱਚ ਹੋਏਗਾ, ਸੰਜਮ ਦੇ ਨਾਲ ਸਾਰਾ ਕੁਝ ਕਰੇਗਾ। ਇਸ ਤਰ੍ਹਾਂ ਦਾ ਉਸ ਗੁਰਮੁਖ ਪਿਆਰੇ ਦਾ ਜੀਵਨ ਹੋਏਗਾ ਜੀ। ਵਰਤ ਨੇਮ ਨਿਤਾ ਪ੍ਰਤ ਪੂਜਾ। ਜਿਹੜਾ ਗੁਰਮੁਖ ਹੈ ਜਿਨੇ ਸ਼ਬਦ ਦੀ ਵਿਚਾਰ ਕੀਤੀ ਹੈ, ਜਿਹੜਾ ਸੱਚ ਦਾ ਧਾਰਨੀ ਹੈ ਤੇ ਜੀਵਨ ਨੂੰ ਨਿਯਮਬੱਧ ਰੱਖਦਾ ਹੈ ਨਾ, ਉਹਨੂੰ ਨਾ ਵਰਤ ਰੱਖਣ ਦੀ ਲੋੜ ਹੈ ਤੇ ਨਾ ਨੇਮ ਰੱਖਣ ਦੀ ਲੋੜ ਹੈ। ਨਿਤਾ ਪ੍ਰਤ ਪੂਜਾ, ਤੇ ਨਾ ਹੀ ਉਹਨੂੰ ਹਰ ਰੋਜ਼ ਪੂਜਾ ਕਰਨ ਦੀ ਲੋੜ ਹੈ। ਫਿਰ ਉਹਨੂੰ ਉਹ ਕਰਦਾ ਕਿ ਹਰ ਇੱਕ ਸਵਾਸ ਦੇ ਨਾਲ ਉਹਦਾ ਵਰਤ ਹੈ, ਹਰ ਇੱਕ ਸਵਾਸ ਦੇ ਨਾਲ ਉਹਦਾ ਨੇਮ ਹੈ, ਤੇ ਹਰ ਇੱਕ ਸਵਾਸ ਦੇ ਨਾਲ ਉਸਦੀ ਪੂਜਾ ਹੈ। ਉਹ ਦਿਨ ਗਿਣ ਕੇ ਨਹੀਂ ਵੀ ਅੱਜ ਮੰਗਲਵਾਰ ਹੈ ਤੇ ਬਾਕੀ ਜਿਹੜੇ 6 ਦਿਨ ਨੇ ਉਦੋਂ ਰੱਬ ਨਹੀਂ ਹੈਗਾ, ਇਕੱਲੇ ਮੰਗਲਵਾਰ ਹੀ ਰੱਬ ਹੈ। ਉਹ ਫਿਰ ਇਸ ਵਿਚਾਰ ਵਾਲਾ ਹੋ ਜਾਂਦਾ ਹੈ ਵੀ ਇੱਕ ਦਿਨ ਜੇ
ਨਿਤਨੇਮ ਕੀਤਿਆਂ ਰੱਬ ਖੁਸ਼ ਹੁੰਦਾ, ਤੇ ਬਾਕੀ 6 ਦਿਨ ਕਿਉਂ ਨਾ ਕੀਤਾ ਜਾਵੇ? ਬਾਕੀ 6 ਦਿਨ ਵੀ ਕੀਤਾ ਜਾਏ ਨਾ। 11 ਮਾਸ ਭਗਤ ਕਬੀਰ ਜੀ ਦਾ ਸ਼ਬਦ ਹੁੰਦਾ ਰਾਹ ਕੇ ਪਾਸ। ਭਗਤ ਕਬੀਰ ਜੀ ਕਹਿੰਦੇ ਨੇ ਬਾਕੀ 11 ਮਹੀਨੇ ਨੇ ਜਿਹੜੇ ਉਹ ਤਾਂ ਤੁਸੀਂ ਪਾਸੇ ਕਰ ਰੱਖੇ ਨੇ, ਤੇ 1 ਮਹੀਨਾ ਜਿਹੜਾ ਉਹ ਤੁਸੀਂ ਰੋਜ਼ੇ ਰੱਖ ਲੈਂਦੇ। ਜੇ 1 ਮਹੀਨਾ ਰੋਜ਼ੇ ਰੱਖਿਆ ਪ੍ਰਭੂ ਪਰਮਾਤਮਾ ਖੁਸ਼ ਹੁੰਦਾ, ਤੇ ਫਿਰ ਉਹਨੂੰ ਸਦਾ ਹੀ ਖੁਸ਼ ਰੱਖੋ ਨਾ, ਸਾਰਾ ਸਾਲ ਹੀ ਰੋਜ਼ੇ ਰੱਖਦੇ ਰਹੋ। ਬੜਾ ਸੁੰਦਰ ਗਿਆਨ ਦਿੱਤਾ ਭਗਤ ਕਬੀਰ ਜੀ ਨੇ। ਤੇ ਧੰਨ ਗੁਰੂ ਅਮਰਦਾਸ ਜੀ ਵੀ ਇੱਥੇ ਸਾਨੂੰ ਇਹ ਦੱਸਦੇ ਨੇ, ਵਰਤ ਨੇਮ ਨਿਤਾ ਪ੍ਰਤ ਪੂਜਾ। ਨਿਤਾ ਪ੍ਰਤ ਹਰ ਰੋਜ਼ ਹਰ ਸਵਾਸ ਦੇ ਨਾਲ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ। ਗੁਰਮੁਖਾਂ ਦਾ ਇਹੀ ਵਰਤੇ ਤੇ ਗੁਰਮੁਖਾਂ ਦਾ ਇਹੀ ਨੇਮ ਹੈ ਤੇ ਗੁਰਮੁਖਾਂ ਦੀ ਇਹੀ ਪੂਜਾ ਹੈ ਜੀ। ਬਿਨ ਬੁਝੇ ਸਭ ਭਾਉ ਹੈ ਦੂਜਾ। ਜਿਹੜਾ ਨਹੀਂ ਸਮਝਦਾ, ਜਿਹਨੂੰ ਗੱਲ ਦੀ ਸਮਝ ਨਹੀਂ ਆਉਂਦੀ, ਉਹਦੇ ਲਈ ਜਿਹੜੀ ਅੰਦਰ ਦੀ ਭਾਵਨਾ ਹੈ ਨਾ, ਉਹ ਪਰਮਾਤਮਾ ਵਾਲੀ ਨਹੀਂ, ਵੱਖਰੇਵੇਂ ਵਾਲੀ ਹੋ ਜਾਣੀ ਹੈ, ਵੱਖਰੀ ਹੋ ਜਾਣੀ ਹੈ ਭਾਵਨਾ। ਕਿਵੇਂ ਵੱਖਰੀ ਹੋ ਜਾਣੀ ਹੈ? ਜਿਵੇਂ ਇਕੱਲੇ ਸੰਗਰਾਂਦ ਵਾਲੇ ਦਿਨ ਗੁਰੂ ਘਰ ਆ ਗਏ ਤੇ ਗੁਰੂ ਖੁਸ਼ ਹੋ ਗਿਆ, ਤੇ ਬਾਕੀ ਦਿਨ ਫਿਰ ਗੁਰੂ ਨੂੰ ਕੌਣ ਸੰਭਾਲੇਗਾ? ਜਾਂ ਗੁਰੂ ਦੀ ਸੰਭਾਲ ਅਸੀਂ ਕਿਵੇਂ ਕਰਾਂਗੇ? ਗੁਰੂ ਦੇ ਦਰਸ਼ਨ ਅਸੀਂ ਕਿਵੇਂ ਕਰਾਂਗੇ ਬਾਕੀ ਦਿਨ? ਇਹ ਭਾਵਨਾ ਜਿਹੜੀ ਇਹ ਦੂਜੀ ਹੋ ਗਈ ਨਾ, ਵੀ 1 ਦਿਨ ਦੇ ਨਾਲ ਹੀ ਗੁਰੂ ਖੁਸ਼ ਹੋ ਜਾਂਦਾ, 1 ਦਿਨ ਦੇ ਨਾਲ ਹੀ ਗੁਰੂ ਪ੍ਰਸੰਨ ਹੋ ਜਾਂਦਾ ਹੈ। ਤੇ ਫਿਰ ਅਸੀਂ ਮਨ ਮਤ ਦੇ ਨਾਲ ਕੀ ਕਹਿਣ ਲੱਗ ਗਏ? ਇਹ ਪਵਿੱਤਰ ਦਿਨ ਹੈ, ਇਸ ਦਿਨ ਅਸੀਂ ਪਵਿੱਤਰ ਹੋ ਕੇ ਗੁਰੂ ਦੇ ਦਰ ਤੇ ਜਾਣਾ ਹੈ, ਇਹ ਦਿਨ ਪਵਿੱਤਰ ਹੈ। ਤੇ ਬਾਕੀ ਦਿਨ ਫਿਰ ਜੇ ਪਾਪੀ ਨੇ, ਇਸ ਕਰਕੇ ਨਹੀਂ ਨਾ ਅਸੀਂ ਗੁਰੂ ਕੋਲ ਆਉਂਦੇ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਬਿਨ ਬੂਝੇ ਜਿੰਨੇ ਗੱਲ ਨੂੰ ਸਮਝੇ ਨਹੀਂ, ਜਿੰਨੇ ਗੱਲ ਨੂੰ ਬੁੱਝੇ ਨਹੀਂ, ਸਭ ਭਾਉ ਹੈ ਦੂਜਾ। ਉਹਨਾਂ ਦੇ ਅੰਦਰ ਭਾਵਨਾ ਨਾ ਜਿਹੜੀ ਉਹ ਵੱਖਰੇਵੇਂ ਵਾਲੀ ਹੋਏਗੀ। ਹਰ ਇੱਕ ਸਵਾਸ ਦੇ ਨਾਲ ਨਾਮ ਜਪਣ ਵਾਲੀ ਭਾਵਨਾ ਨਹੀਂ ਹੋਏਗੀ। ਹਰ ਸਵਾਸ ਦੇ ਨਾਲ ਪ੍ਰਭੂ ਪਰਮਾਤਮਾ ਦੇ ਪ੍ਰੇਮ ਵਾਲੀ ਭਾਵਨਾ ਜਿਹੜੀ ਇਹ ਨਹੀਂ ਹੋਏਗੀ। ਉਹਦੀ ਭਾਵਨਾ ਜਿਹੜੀ ਹੈ ਨਾ ਉਹ ਖੰਡਨ ਹੋ ਜਾਏਗੀ। ਇਹਨੂੰ ਖੰਡਨ ਆਖੇ, ਖੰਡਨ ਬਿਰਤੀ ਹੈ। 1 ਦਿਨ ਜੁੜ ਗਿਆ, ਦੂਜੇ ਦਿਨ ਟੁੱਟ ਗਿਆ, ਤੀਜੇ ਚੌਥੇ ਦਿਨ ਫਿਰ ਜੁੜ ਗਿਆ, ਫਿਰ ਅਗਲੇ ਦਿਨ ਟੁੱਟ ਗਿਆ। ਇਹ ਖੰਡਨ ਬਿਰਤੀ ਹੈ, ਇੱਕ ਰਸ ਨਹੀਂ, ਨਿਰੰਤਰ ਨਹੀਂ। ਇਹ ਦੂਜੀ ਭਾਵਨਾ ਹੈ ਜੀ। ਸ਼ਨੀਚਰ ਵਾਰ ਸੌਣ ਸਾਸਤ ਵਿਚਾਰ। ਇਹਨੂੰ ਸ਼ਨੀ ਦੇਵਤੇ ਦਾ ਵਾਰ ਮੰਨਿਆ ਗਿਆ, ਤੇ ਸੌਣ ਦਾ ਅਰਥ ਹੁੰਦਾ ਸਗਨ ਸੁਵਾਰਥ, ਵਿਚਾਰਾਂ ਵਹਿਮ ਭਰਮ। ਜਿਵੇਂ ਅਸੀਂ ਤੁਰੇ ਜਾਂਦੇ, ਅੱਗੋਂ ਬਿੱਲੀ ਜਿਹੜੀ ਹੈ ਉਹ ਇੱਧਰ ਨੂੰ ਗਈ ਚਲੀ, ਤੇ ਅਸੀਂ ਮੋੜੋਣਾ। ਕਿਉਂ ਮੋੜੋਣਾ? ਬਿੱਲੀ ਰਾਹ ਕੱਟ ਗਈ ਹੈ। ਕਈ ਬਿੱਲੀ ਤਾਂ ਹੁਣ ਵਿਚਾਰੀ, ਅਸੀਂ ਵੀ ਤਾਂ ਬਿੱਲੀ ਦਾ ਰਾਹ ਕੱਟਿਆ ਨਾ। ਇੱਕ ਨਿੱਕਾ ਜਿਹਾ ਪ੍ਰਸੰਗ ਹੈ, ਕਿਸੇ ਨਗਰ ਦੇ ਵਿੱਚ ਨਾ ਕੋਈ ਮੇਰੇ ਵਰਗਾ ਪ੍ਰਾਣੀ ਸੀ, ਤੇ ਉਹ ਬੜਾ ਬਦਨਾਮ ਹੋ ਗਿਆ। ਸਾਰੇ ਸਮਾਜ ਨੇ ਉਹਨੂੰ ਬਦਨਾਮ ਕਰ ਦਿੱਤਾ, ਕਿਉਂਕਿ ਪਾਗਲਾਂ ਦੇ ਵਿੱਚ ਇੱਕ ਸਿਆਣਾ ਜਿਹੜਾ ਉਹ ਰਹਿ ਨਹੀਂ ਸਕਦਾ। ਜੇ ਰਹੇਗਾ ਤੇ ਉਹਨੂੰ ਬਦਨਾਮੀ ਖੱਟਣੀ ਪੈਗੀ, ਉਹਨੂੰ ਸਹਾਰਨੀਆਂ ਪੈਣਗੀਆਂ। ਸਾਰਿਆਂ ਤੋਂ ਸਿਆਣਾ ਇਹੀ ਸੀ, ਤੇ ਇਸੇ ਨੂੰ ਸਾਰੇ ਸ਼ਹਿਰ ਨੇ ਨਾ ਬਦਨਾਮ ਕਰ ਦਿੱਤਾ ਵੀ ਇਹ ਬੰਦਾ ਇਤਨਾ ਨੇਸ਼ ਹੈ, ਜਿਹਦੇ ਮੱਥੇ ਲੱਗ ਜੇ ਨਾ। ਮੈਂ ਸਾਰੀ ਗੱਲ ਸੁਣਾ ਦਿਆਂ। ਭਗਤ ਕਬੀਰ ਜੀ ਦੇ ਸਮੇਂ ਵੀ ਭਗਤ ਕਬੀਰ ਜੀ ਨੂੰ ਇਸੇ ਕਰਕੇ ਹੀ ਕੋਈ ਨਹੀਂ ਸੀ ਚਾਹੁੰਦਾ। ਤੇ ਇਸੇ ਤਰ੍ਹਾਂ ਇਹ ਗੁਰੂ ਸਵਾਰਾ ਜਿਹੜਾ ਇਹ ਪਰਮਾਤਮਾ ਦਾ ਨਾਮ ਜਪਣ ਵਾਲਾ ਹੈ, ਭਜਨ ਬੰਦਗੀ ਸਿਮਰਨ ਕਰਨ ਵਾਲਾ ਹੈ। ਤੇ ਜਿਹੜੇ ਬ੍ਰਾਹਮਣ ਵਾਸ ਸਨ, ਉਹਨਾਂ ਨੇ ਆਖਿਆ ਵੀ ਇਹ ਤਾਂ ਸਾਡੇ ਤੋਂ ਅੱਗੇ ਲੰਘ ਗਏ, ਲੋਕੀ ਇਹਨੂੰ ਸਿਆਣਾ ਤੇ ਚੰਗਾ ਮੰਨਦੇ ਨੇ, ਕਿਉਂ ਨਾ ਇਸ ਨੂੰ ਬਦਨਾਮ ਕਰ ਦਈਏ ਤੇ ਕੋਈ ਇਹਦੇ ਅੱਖ ਹੀ ਨਾ ਲੱਗੇ। ਉਹ ਵੀ ਇਸੇ ਤਰ੍ਹਾਂ ਗਿਆ, ਬਦਨਾਮ ਕਰ ਦਿੱਤਾ ਵੀ ਜਿਹੜਾ ਇਹਦੇ ਮੱਥੇ ਲੱਗ ਜਾਂਦਾ ਨਾ ਉਹਦਾ ਕਾਰਜ ਨਹੀਂ ਹੁੰਦਾ। ਇੱਕ ਦਿਨ ਰਾਜਾ ਜਾ ਰਿਹਾ ਹੈ, ਤੇ ਰਾਜੇ ਨੇ ਵੀ ਸੁਣ ਲਿਆ ਵੀ ਫਲਾਣਾ ਬੰਦਾ ਜਿਹੜਾ ਉਹ ਮੱਥੇ ਲੱਗ ਜੇ ਤੇ ਕਾਰਜ ਨਹੀਂ ਹੁੰਦਾ। ਰਾਜਾ ਜਾ ਰਿਹਾ, ਰਾਜੇ ਨੇ ਵੇਖਿਆ ਵੀ ਇਹ ਤਾਂ ਮੇਰੇ ਮੱਥੇ ਲੱਗ ਗਏ, ਤੇ ਮੇਰਾ ਕਾਰਜ ਜਿਹੜਾ ਹੋਣਾ ਨਹੀਂ, ਕਿਉਂ ਨਾ ਇਸ ਨੂੰ ਮਰਵਾ ਹੀ ਦਈਏ। ਰਾਜਾ ਵਾਪਸ ਘਰ ਚਲਾ ਗਿਆ, ਸਿੰਘਾਸਨ ਤੇ ਬੈਠ ਗਿਆ, ਤੇ ਇਹਨੂੰ ਸੱਦ ਲਿਆ, ਭਾਈ ਤੈਨੂੰ ਅਸੀਂ ਮੌਤ ਦੀ ਸਜ਼ਾ ਦੇਣੀ, ਕਿਉਂਕਿ ਮੈਂ ਕਿਸੇ ਚੰਗੇ ਕਾਰਜ ਦੇ ਲਈ ਜਾ ਰਿਹਾ ਸੀ ਤੇ ਤੂੰ ਮੇਰੇ ਮੱਥੇ ਲੱਗ ਗਿਆ, ਇਸ ਕਰਕੇ ਤੂੰ ਮੁੜ ਕੇ ਧਰਤੀ ਤੇ ਨਾ ਰਵੇਂ ਤੇ ਨਾ ਮੇਰੇ ਮੱਥੇ ਲੱਗੇ, ਮੈਂ ਤੈਨੂੰ ਖਤਮ ਕਰ ਦੇਣਾ ਹੈ। ਤੂੰ ਕੁਝ ਆਖਰੀ ਇੱਛਾ ਰੱਖਦਾ ਤੇ ਉਹ ਦੱਸ ਦੇ। ਕਹਿੰਦਾ ਜੀ ਇੱਛਾ ਤਾਂ ਆਪਣੀ ਕੋਈ ਨਹੀਂ, ਸਾਰੀਆਂ ਇੱਛਾ ਆਪਾਂ ਨੇ ਮਾਰ ਰੱਖੀਆਂ, ਖਤਮ ਹੋ ਗਈਆਂ ਨੇ, ਪਰ ਇੱਕ ਮੇਰੇ ਅੰਦਰ ਗੱਲ ਹੈ, ਮੈਂ ਉਹ ਜ਼ਰੂਰ ਆਖਾਂਗਾ। ਕਹਿੰਦਾ ਜੀ ਦੱਸ ਦਿਓ, ਆਖ ਦਿਓ। ਇਹ ਕਹਿੰਦਾ ਜੀ
ਮੈਂ ਨੇਸ਼ ਨਹੀਂ ਨੇਸ਼ ਤੂੰ ਹੈ, ਮੈਂ ਮਾੜਾ ਨਹੀਂ ਮਾੜਾ ਤੂੰ ਹੈ, ਮੈਂ ਬੁਰਾ ਨਹੀਂ ਬੁਰਾ ਤੂੰ ਹੈ। ਮੈਂ ਤੇਰੇ ਮੱਥੇ ਲੱਗਿਆ ਤੈਨੂੰ ਮੌਤ ਤਾਂ ਨਹੀਂ ਮਿਲੀ, ਤੇ ਤੂੰ ਮੇਰੇ ਨਹੀਂ ਮੱਥੇ ਲੱਗਿਆ, ਤੂੰ ਵੀ ਤਾਂ ਮੇਰੇ ਮੱਥੇ ਲੱਗਿਆ ਨਾ। ਤੇਰੇ ਮੱਥੇ ਲੱਗਿਆ ਮੈਨੂੰ ਮੌਤ ਮਿਲੀ, ਫਿਰ ਮਾੜਾ ਤੂੰ ਹੈ ਕਿ ਮੈਂ ਆ। ਰਾਜਾ ਸੀ ਜਿਹੜਾ ਇਹਦੇ ਅੰਦਰ ਵਿਚਾਰ ਚੱਲ ਵੀ ਗੱਲ ਤਾਂ ਇਹਦੀ ਸਿਆਣੀ ਹੈ, ਜੇ ਮੈਂ ਇਹਦੇ ਮੱਥੇ ਲੱਗਿਆ ਤੇ ਇਹ ਵੀ ਤਾਂ ਮੇਰੇ ਮੱਥੇ ਲੱਗਿਆ ਨਾ। ਇਹ ਮੇਰੇ ਮੱਥੇ ਲੱਗਿਆ ਹੈ ਤੇ ਮਾੜਾ ਮੈਂ ਆ, ਮੈਂ ਇਹਨੂੰ ਮਾਰਨ ਲੱਗਾ। ਸੋ ਇਸ ਤਰ੍ਹਾਂ ਨਾ ਸੌਣ ਦਾ ਅਰਥ ਹੀ ਹੁੰਦਾ ਹੈ ਕਿ ਜਿਹੜਾ ਅਸੀਂ ਜੀ ਬਿੱਲੀ ਰਸਤਾ ਕੱਟ ਗਈ, ਇਹਨੇ ਛਿੱਕ ਮਾਰ ਦਿੱਤੀ ਹੈ, ਇਹਨੇ ਕੁਝ ਹੋਰ ਕਰ ਦਿੱਤਾ। ਇਸ ਤਰ੍ਹਾਂ ਦੀਆਂ ਜਿਹੜੀਆਂ ਵਿਚਾਰਾਂ ਨੇ, ਜਾਂ ਕਿਸੇ ਨੇ ਬੱਚੇ ਦਾ ਵਿਆਹ ਰੱਖਣਾ ਹੋਵੇ ਤੇ ਫਿਰ ਦੇਖੋ ਜੀ ਕੋਈ ਚੰਗਾ ਦਿਨ ਹੋਵੇ, ਕੋਈ ਚੰਗੀ ਥਿੱਤਵਾਰ ਹੋਵੇ, ਇਸ ਤਰ੍ਹਾਂ ਇਹਨਾਂ ਨੂੰ ਸੌਣ ਆਖਿਆ ਜਾਂਦਾ। ਸ਼ਾਸਤਰ ਨੇ ਜਿਹੜੇ 6 ਸ਼ਾਸਤਰ ਨੇ, ਇਹਨਾਂ ਦੇ ਨਾਲ ਇਹਨਾਂ ਦੀ ਵਿਚਾਰ ਕੀਤੀ ਜਾਂਦੀ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਵੀ ਸ਼ਨੀਚਰ ਵਾਰ ਜਿਹੜਾ ਸ਼ਨੀ ਦੇਵਤੇ ਦਾ ਵਾਰ ਹੈ, ਉਹਦੇ ਨਾਲ ਸੰਬੰਧ ਨਾਮ ਰੱਖਿਆ ਗਿਆ ਹੈ ਸੌਣ ਸ਼ਾਸਤ ਵਿਚਾਰ। ਤੇ ਲੋਕੀ ਨੇ ਜਿਹੜੇ ਇਤਨੇ ਮਨਮੁਖ ਨੇ ਕਿ ਇਸ ਤਰ੍ਹਾਂ ਦੀਆਂ ਵਿਚਾਰਾਂ ਨੇ ਜਿਹੜੀਆਂ ਉਹ ਕਰਦੇ ਰਹਿੰਦੇ ਹਨ ਜੀ। ਮੈਂ ਮੇਰਾ ਭਰਮੈ ਸੰਸਾਰ, ਇਹ ਸੰਸਾਰ ਇਹਨਾਂ ਜਿਹੜਾ ਇਹ ਹਉਮੈ ਤੇ ਮੇਰ ਤੇਰ ਦੇ ਭਰਮ ਦੇ ਵਿੱਚ ਫਸਿਆ ਹੋਇਆ ਹੈ ਜੀ। ਮਨਮੁਖ ਅੰਧਾ ਦੂਜੈ ਪਾਏ, ਇਹ ਮਨਮੁਖ ਨੇ, ਇਹਨਾਂ ਨੂੰ ਗੁਰਮੁਖ ਨਹੀਂ ਆਖਿਆ ਜਾਏਗਾ। ਅੰਧਾ ਇਹ ਗਿਆਨ ਤੋਂ ਅੰਧੇ ਨੇ, ਤੇ ਹੁਣ ਇਹਨਾਂ ਦੀ ਭਾਵਨਾ ਜਿਹੜੀ ਹੈ ਨਾ ਉਸ ਅਕਾਲ ਪੁਰਖ ਵਾਲੀ ਨਹੀਂ ਹੈਗੀ। ਇਹਨਾਂ ਦੀ ਭਾਵਨਾ ਜਿਹੜੀ ਪਰਮਾਤਮਾ ਵਾਲੀ ਨਹੀਂ ਹੈਗੀ, ਦੂਜੀ ਭਾਵਨਾ ਹੈ। ਇਹ ਹੁਣ ਪਰਮਾਤਮਾ ਜਿਹੜਾ ਹੈ ਉਹਦੇ ਤੋਂ ਬਿੱਲੀ ਨੂੰ ਚੰਗਾ ਸਮਝਦੇ ਨੇ ਵੀ ਪਰਮਾਤਮਾ ਦਾ ਕੀਤਾ ਤਾਂ ਪਤਾ ਨਹੀਂ ਹੋਵੇ ਕਿ ਨਾ ਹੋਵੇ। ਜੇ ਬਿੱਲੀ ਰਸਤਾ ਕੱਟ ਗਈ ਤੇ ਫਿਰ ਇਹ ਸਾਡਾ ਕੰਮ ਨਹੀਂ ਹੋਣਾ। ਹੁਣ ਬਿੱਲੀ ਵੱਡੀ ਹੋ ਗਈ ਨਾ ਰੱਬ ਤੋਂ, ਪਰਮਾਤਮਾ ਤੋਂ, ਗੁਰੂ ਤੋਂ। ਇੱਕ ਧੰਨ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਵੀ ਇਸ ਤਰ੍ਹਾਂ ਦਾ ਪ੍ਰਸੰਗ ਆਉਂਦਾ ਹੈ। ਇੱਕ ਬੜਾ ਵਿਦਵਾਨ ਪੰਡਤ ਸੀ ਤੇ ਧੰਨ ਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਣ ਗਿਆ ਤੇ ਕਹਿੰਦਾ, ਸੱਚੇ ਸਤਿਗੁਰ ਮੇਰੇ ਤੇ ਕਿਰਪਾ ਕਰੋ, ਮੇਰੇ ਤੋਂ ਕਥਾ ਕਰਵਾ ਲਿਆ ਕਰੋ ਤੇ ਮੇਰੀ ਰੋਜੀ ਰੋਟੀ ਹੈ ਨਾ ਜਿਹੜੀ ਇਹ ਚੱਲ ਜਾਏਗੀ, ਸੰਗਤਾਂ ਤੋਂ ਕੁਝ ਮਾਇਆ ਮਿਲ ਜਾਇਆ ਕਰੇਗੀ। ਧੰਨ ਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ, ਠੀਕ ਹੈ ਭਾਈ। ਇਹਨੇ ਕਥਾ ਪ੍ਰਾਰੰਭ ਕਰ ਲਈ। ਕਥਾ ਕਰਦਿਆਂ ਕਥਾ ਸੰਪੂਰਨ ਹੋ ਗਈ ਤੇ ਗੁਰੂ ਜੀ ਨੂੰ ਕਹਿੰਦਾ, ਸੱਚੇ ਸਤਿਗੁਰੂ ਜੀ ਇਹ ਪੋਥੀ ਹੈ ਜਿਹੜੀ ਇਹ ਤਾਂ ਸੰਪੂਰਨ ਹੋ ਗਈ। ਤੇ ਗੁਰੂ ਮਹਾਰਾਜ ਜੀ ਨੇ ਕਿਹਾ, ਫਿਰ ਦੂਸਰੀ ਕੋਈ ਹੋਰ ਪੋਥੀ ਹੋਏਗੀ ਉਹਦੇ ਤੋਂ ਸ਼ੁਰੂ ਕਰ ਲਾ। ਕਹਿੰਦਾ ਜੀ ਉਹ ਤਾਂ ਕਾਸ਼ੀ ਪਈ ਹੈ ਤੇ ਲੈ ਕੇ ਆਉਣੀ ਹੈ ਮੈਂ ਉੱਥੋਂ। ਗੁਰੂ ਮਹਾਰਾਜ ਜੀ ਕਹਿੰਦੇ, ਚਲੋ ਠੀਕ ਹੈ ਭਾਈ ਤੂੰ ਲੈ ਆ। ਇਹ ਜਦੋਂ ਪੋਥੀ ਲੈਣ ਵਾਸਤੇ ਤੁਰਦਾ ਨਾ, ਇਸ ਤਰ੍ਹਾਂ ਦਾ ਅੱਗੋਂ ਕੋਈ ਨਾ ਕੋਈ ਸੌਣ ਜਿਹੜਾ ਨਾ ਉਹ ਹੋ ਜਾਂਦਾ। ਮੈਂ ਗੱਲ ਨੂੰ ਜ਼ਿਆਦਾ ਨਾ ਲਮਕਾਵਾਂ, ਆਪ ਜੀ ਨੂੰ ਸਮਝ ਆ ਜਾਵੇ। ਤੇ ਮੇਰਾ ਮਨ ਹੈ ਵੀ ਇਹ 10 ਪੌੜੀਆਂ ਨੇ, 8ਵੀਂ ਪੌੜੀ ਤੱਕ ਤਾਂ ਆਪਾਂ ਪਹੁੰਚ ਗਏ ਹਾਂ। 2 ਪੌੜੀਆਂ ਉਹਨਾਂ ਦੀ ਵਿਚਾਰ ਵੀ ਅੱਜ ਆਪਾਂ ਸੰਪੰਨ ਕਰ ਦਈਏ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਇਹਨੂੰ ਕਹਿ ਦਿੱਤਾ ਵੀ ਜਾ ਤੇ ਇਹ ਉਹਨਾਂ ਜਿਵੇਂ ਅੱਜ ਤੁਰਿਆ ਤੇ ਕੋਈ ਇਸ ਤਰ੍ਹਾਂ ਦਾ ਸੌਣ ਹੋ ਗਿਆ, ਇਹ ਮੁੜ ਆਇਆ। ਗੁਰੂ ਜੀ ਨੇ ਪੁੱਛਿਆ, ਗਿਆਨ ਨਹੀਂ? ਦੱਸ ਦਿੱਤਾ ਜੀ, ਅੱਜ ਬਿੱਲੀ ਰਾਹ ਕੱਟ ਗਈ। ਦੂਜੇ ਦਿਨ ਗਿਆ ਫਿਰ ਤੁਰਿਆ ਤੇ ਉਦੋਂ ਕੋਈ ਗਧਾ ਸੀ ਜਿਹੜਾ ਉਹ ਹਿਣਕ ਗਿਆ, ਉਹਨੂੰ ਵੀ ਬੁਰਾ ਮੰਨਦੇ ਨੇ। ਇਸੇ ਤਰ੍ਹਾਂ ਕਈ 2-3 ਦਿਨ ਇਹਨੇ ਲੰਘਾ ਦਿੱਤੇ ਤੇ ਗੁਰੂ ਮਹਾਰਾਜ ਜੀ ਨੇ ਕਿਹਾ, ਭਾਈ ਤੈਨੂੰ ਪਰਮਾਤਮਾ ਤੇ ਭਰੋਸਾ ਨਹੀਂ ਹੈਗਾ, ਤੈਨੂੰ ਵਾਹਿਗੁਰੂ ਤੇ ਭਰੋਸਾ ਨਹੀਂ ਹੈਗਾ। ਜਿਹਨੂੰ ਵਾਹਿਗੁਰੂ ਤੇ ਪਰਮਾਤਮਾ ਤੇ ਭਰੋਸਾ ਹੁੰਦਾ ਫਿਰ ਇਸ ਤਰ੍ਹਾਂ ਦੀਆਂ ਨਿੱਕੀਆਂ ਮੋਟੀਆਂ ਜਿਹੜੀਆਂ ਵਿਚਾਰਾਂ ਨੇ ਨਾ ਉਹਨਾਂ ਨੂੰ ਨਹੀਂ ਕਰਦੇ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਬੁੱਝ ਬੁੱਝੇ ਸਭ ਦੂਜੇ ਪਾਏ, ਮਨਮੁਖ ਅੰਧਾ ਦੂਜੇ ਪਾਏ। ਜਿਹੜਾ ਮਨਮੁਖ ਹੈ ਨਾ ਉਹ ਅੰਨਾ ਹੈ ਤੇ ਉਹਦੇ ਅੰਦਰ ਦੀ ਭਾਵਨਾ ਹੈ ਨਾ ਜਿਹੜੀ ਉਹ ਦੂਜੀ ਹੋ ਗਈ ਹੈ। ਦੂਜੀ ਕਿਵੇਂ ਹੋਈ ਹੈ? ਉਹਨੇ ਪਰਮਾਤਮਾ ਦੇ ਨਾਲੋਂ ਨਾ ਗੁਰੂ ਦੇ ਨਾਲੋਂ, ਆਪਾਂ ਗੁਰੂ ਦੇ ਅੱਗੇ ਅਰਦਾਸ ਕਰਕੇ ਤੁਰ ਪਏ ਹਾਂ ਤੇ ਹੁਣ ਗੁਰੂ ਦੇ ਨਾਲੋਂ ਉਹਨੇ ਬਿੱਲੀ ਨੂੰ ਚੰਗਾ ਸਮਝ ਲਿਆ ਹੈ ਜੀ। ਜਮਦਰ ਬਾਦਾ ਝੋਟਾ ਖਾਏ, ਇਹਦੀ ਹਾਮੀ ਗੁਰੂ ਨਹੀਂ ਭਰੇਗਾ। ਇਸ ਦੀ ਹਾਮੀ ਜਿਹੜੀ ਨਾ ਗੁਰੂ ਨਹੀਂ ਭਰੇਗਾ ਤੇ ਗੁਰੂ ਇਹਨੂੰ ਆਪਣਾ ਸਿੱਖ ਵੀ ਨਹੀਂ ਮੰਨਦਾ। ਫਿਰ ਇਹਦੇ ਨਾਲ ਹੁੰਦਾ ਕਿ ਜਮਦਰ ਬਾਦਾ ਝੋਟਾ ਖਾਏ, ਜਮਾਂ ਦੇ ਦਰ ਤੇ ਵੱਜ ਜਾਵੇਗਾ, ਭਾਵੇਂ ਨੂੰ ਲੇਖਾ ਦੇਣਾ ਪਵੇਗਾ। ਗੁਰੂ ਇਹਦਾ ਲੇਖਾ ਉਸ ਪਰਮਾਤਮਾ ਤੋਂ ਬਖਸ਼ਾਏਗਾ ਨਹੀਂ, ਕਿਉਂਕਿ ਇਹਨੂੰ ਗੁਰੂ ਤੇ ਭਰੋਸਾ ਨਹੀਂ। ਇਹਨੂੰ ਬਿੱਲੀ ਤੇ ਗਧੇ ਤੇ
ਕਿਸੇ ਬੁਰੇ ਚੰਗੇ ਮਾੜੇ ਬੰਦੇ ਤੇ ਨਾ, ਉਹਨਾਂ ਤੇ ਭਰੋਸਾ ਹੈ, ਗੁਰੂ ਤੇ ਭਰੋਸਾ ਨਹੀਂ, ਗੁਰੂ ਤੇ ਵਿਸ਼ਵਾਸ ਨਹੀਂ, ਗੁਰੂ ਤੇ ਦ੍ਰਿੜਤਾ ਨਹੀਂ। ਇਸ ਕਰਕੇ ਜਮ ਨੇ ਜਿਹੜੇ ਉਹ ਇਹਦੇ ਤੋਂ ਲੇਖਾ ਜੋਖਾ ਲੈਂਦੇ ਨੇ, ਬੰਨ ਲੈਂਦੇ ਨੇ ਤੇ ਫਿਰ ਸਜ਼ਾ ਮਿਲਦੀ ਹੈ ਜੀ। ਗੁਰ ਪ੍ਰਸਾਦੀ ਸਦਾ ਸੁਖ ਪਾਏ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ, ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ ਨੇ, ਗੁਰੂ ਤੇ ਦ੍ਰਿੜਤਾ ਹੀ ਆ ਗਈ ਹੈ, ਗੁਰੂ ਤੇ ਭਰੋਸਾ ਆ ਗਿਆ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਹੁੰਦਾ, ਨਾ ਇੱਥੇ ਦੁੱਖ ਹੋਵੇ ਤੇ ਨਾ ਅੱਗੇ ਹੋਵੇ, ਕਿਉਂਕਿ ਉਹ ਇਸ ਤਰ੍ਹਾਂ ਦੇ ਵਹਿਮ ਭਰਮ ਨਹੀਂ ਕਰਦੇ। ਜਿਹੜਾ ਵੀ ਕਾਰਜ ਉਹ ਕਰਨਾ ਹੁੰਦਾ ਹੈ, ਬਸ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਕੇ ਉਸ ਕਾਰਜ ਨੂੰ ਪ੍ਰਾਰੰਭ ਕਰ ਲੈਂਦੇ ਹਨ ਤੇ ਗੁਰੂ ਕਿਰਪਾ ਕਰਦਾ, ਉਹਨਾਂ ਦੇ ਕਾਰਜ ਰਾਸ ਕਰਦਾ ਹੈ ਜੀ। ਸਚ ਕਰਨੀ ਸਾਚ ਲਿਵ ਲਾਏ। ਗੁਰਮੁਖ ਹੈ ਜਿਹੜਾ, ਜਿੰਦੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ, ਸੱਚ ਕਰਨੀ, ਉਹਦੀ ਕਰਨੀ ਸੱਚ ਵਾਲੀ ਹੋਏਗੀ, ਝੂਠ ਵਾਲੀ ਕਰਨੀ ਨਹੀਂ ਹੋਏਗੀ। ਜੋ ਵੀ ਕਰੇਗਾ ਸੱਚ ਕਰੇਗਾ। ਸਾਚ ਲਿਵ ਲਾਏ ਤੇ ਸੱਚ ਦੇ ਨਾਲ ਹੀ ਹੁੰਦਾ ਪਿਆਰ ਹੁੰਦਾ ਹੈ, ਸੱਚ ਦਾ ਧਾਰਨੀ ਹੋਏਗਾ, ਸੱਚਾ ਸੁੱਚਾ ਜੀਵਨ ਹੋਏਗਾ ਤੇ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਉਹ ਪ੍ਰੀਤ ਲਾ ਕੇ ਰੱਖਦਾ ਹੈ ਜੀ। ਸਤਿਗੁਰ ਸੇਵੈ ਸੇਵਡ ਭਾਗੀ। ਇੱਥੋਂ ਤੱਕ 7 ਵਾਰ ਨੇ ਜਿਹੜੇ ਉਹਨਾਂ ਦੁਆਰਾ ਧੰਨ ਗੁਰੂ ਅਮਰਦਾਸ ਜੀ ਦਾ ਬਖਸ਼ਿਸ਼ ਕੀਤਾ ਗਿਆ ਗਿਆਨ ਸੱਚੇ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਿਆ, ਬੁਰਾਈਆਂ ਤੋਂ ਕੱਢਿਆ ਸਾਨੂੰ। ਹੁਣ ਸੱਚੇ ਸਤਿਗੁਰੂ ਪਿਛਲੀਆਂ 2 ਪੌੜੀਆਂ ਦੇ ਵਿੱਚ ਗਿਆਨ ਦੀ ਦਾਤ ਬਖਸ਼ਿਸ਼ ਕਰਦੇ ਨੇ। ਸਤਿਗੁਰ ਸੇਵ ਹੈ, ਜਿਹੜੇ ਸੱਚੇ ਸਤਿਗੁਰ ਦਾ ਸਿਮਰਨ ਕਰਦੇ ਨੇ, ਸੇ ਵਡਭਾਗੀ, ਉਹ ਵੱਡੇ ਭਾਗਾਂ ਵਾਲੇ ਨੇ। ਖਿਆਲ ਇਹ ਰੱਖਣਾ ਹੈ ਵੀ ਸਿਮਰਨ ਕਰਦਿਆਂ ਨਾ ਕਿਸੇ ਪ੍ਰਕਾਰ ਦੇ ਵਹਿਮ ਭਰਮ ਨੂੰ ਨਹੀਂ ਲੈ ਕੇ ਆਉਣਾ। ਜਿਵੇਂ ਕਈ ਬੀਬੀਆਂ ਪੇਕੇ ਗਈਆਂ ਹੁੰਦੀਆਂ ਨੇ ਤੇ ਅੱਜ ਅਸੀਂ ਨਹੀਂ ਜਾਣਾ, ਕਿਉਂ ਨਹੀਂ ਜਾਣਾ, ਅੱਜ ਵੀਰਵਾਰ ਏ, ਜੇ ਮੈਂ ਵੀਰਵਾਰ ਗਈ ਚਲੀ ਨਾ ਤੇ ਮੇਰੇ ਵੀਰਾਂ ਨੂੰ ਘਾਟਾ ਪੈਣਾ ਹੈ। ਭਾਈ ਜੇ ਤੂੰ ਵੀਰਵਾਰ ਜਨਮ ਲੈ ਲਿਆ ਜਾਂ ਕੋਈ ਵੀਰਵਾਰ ਸਰੀਰ ਛੱਡ ਗਿਆ ਤੇ ਫਿਰ ਉਹ ਵੀ ਤਾਂ ਘਰ ਛੱਡ ਕੇ ਹੀ ਜਾਂਦਾ ਨਾ, ਉਦੋਂ ਵੀ ਤਾਂ ਫਿਰ ਇਹ ਕੁਝ ਹੋ ਸਕਦਾ ਨਾ। ਸੋ ਇਹ ਵਹਿਮ ਭਰਮ ਨੇ ਬੜੇ ਸਾਡੇ ਸਮਾਜ ਦੇ ਵਿੱਚ, ਇਹ ਕੁਰੀਤੀਆਂ ਨੇ, ਬੁਰਾਈਆਂ ਨੇ। ਜਿਵੇਂ ਅੰਧੇਰਾ ਰਾਤਰੀ ਦੇ ਸਮੇਂ ਛਾਇਆ ਹੁੰਦਾ ਤੇ ਦੂਰ ਨਹੀਂ ਹੁੰਦਾ ਨਾ, ਉਸੇ ਤਰ੍ਹਾਂ ਇਹ ਬੁਰਾਈਆਂ ਨੇ ਜਿਹੜੀਆਂ, ਇਹਨਾਂ ਨੂੰ ਹੱਲ ਕਰਨਾ ਬੜਾ ਮੁਸ਼ਕਲ ਹੈ। ਸਤਿਗੁਰ ਸੇਵੇ ਸੇ ਵਡਭਾਗੀ, ਜਿਹੜਾ ਸੱਚੇ ਸਤਿਗੁਰ ਦਾ ਸੇਵਾ ਤੇ ਸਿਮਰਨ ਕਰਦਾ ਹੈ ਉਹ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ ਜੀ। ਹਉਮੈ ਮਾਰ ਸੱਚ ਲਿਵ ਲਾਗੀ। ਇਸ ਨੇ ਆਪਣੇ ਅੰਦਰੋਂ ਹਉਮੈ ਦਾ ਵੀ ਨਾਸ ਕਰ ਲਿਆ ਤੇ ਸੱਚੇ ਸਤਿਗੁਰ ਦੇ ਨਾਲ ਪ੍ਰੀਤ ਲਾ ਲਈ ਹੈ ਜੀ। ਤੇਨ ਰੰਗ ਰਾਤੇ ਸਹਿਜ ਸੁਭਾਏ। ਸੁਤੇ ਸੇਤੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਇਹ ਰੰਗੇ ਜਾਂਦੇ ਨੇ। ਸਹਿਜ ਸੁਭਾਏ ਦਾ ਅਰਥ ਹੁੰਦਾ ਸੁਤੇ ਸਿੱਧ, ਇਹਨਾਂ ਦਾ ਮਨ ਪ੍ਰਭੂ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਜੀ। ਤੂੰ ਸੁਖ ਦਾਤਾ ਲਹਿ ਮਿਲਾਏ। ਇਹ ਸੱਚੇ ਸਤਿਗੁਰੂ ਜੀ ਤੇਰੀਆਂ ਸਾਰੀਆਂ ਦਾਤਾਂ ਹੀ ਸੁਖ ਦੇਣ ਵਾਲੀਆਂ ਨੇ ਤੇ ਤੂੰ ਆਪ ਕਿਰਪਾ ਕਰਦਾ, ਰਹਿਮਤ ਕਰਦਾ ਹੈ, ਆਪਣੇ ਗੁਰਮੁਖਾਂ ਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਏਕਸ ਤੇ ਦੂਜਾ ਨਾਹੀ ਕੋਏ। ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਸੱਚੇ ਸਤਿਗੁਰ ਤੋਂ ਸੁਖ ਦੀ ਦਾਤ ਪ੍ਰਾਪਤ ਕਰਨੀ ਹੈ, ਏਕਸ ਤੇ ਦੂਜਾ ਨਾਹੀ ਕੋਈ, ਉਹਨਾਂ ਦਾ ਇੱਕੋ ਹੀ ਹੈ, ਉਹ ਦੂਜੇ ਪਾਸੇ ਤੁਰਦੇ ਹੀ ਨਹੀਂ। ਮੈਂ ਇੱਕ ਵਾਰੀ ਆਪ ਜੀ ਦੀ ਗਿਆਤਾ ਦੇ ਲਈ ਫਿਰ ਦੱਸ ਦਿਆਂ, ਜੋ ਕੁਝ ਵੀ ਬਣਿਆ ਨਾ ਇਹ ਆਪੋ ਆਪਣੀ ਜਗ੍ਹਾ ਤੇ ਠੀਕ ਹੈ। ਜਿਵੇਂ ਭਗਤ ਕਬੀਰ ਜੀ ਦਾ ਫਰਮਾਨ ਹੁੰਦਾ, ਮਨ ਸਮਝਾਵਣ ਕਾਰਨੇ ਕਛੁਕ ਪੜ੍ਹੀਏ ਗਿਆਨ। ਸਾਨੂੰ ਗਿਆਨ ਵਾਲੀਆਂ ਗੱਲਾਂ ਨੇ ਜਿਹੜੀਆਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ, ਪਰ ਉਹ ਮਨ ਨੂੰ ਸਮਝਾਉਣ ਵਾਸਤੇ ਹੈ। ਮਨ ਨੂੰ ਕਿਵੇਂ ਸਮਝਾਉਣ ਵਾਸਤੇ, ਮੈਂ ਥੋੜ੍ਹਾ ਜਿਹਾ ਖੁਲਾਸਾ ਕਰਾਂਗਾ। ਮਨ ਨੂੰ ਇਸ ਤਰ੍ਹਾਂ ਸਮਝਾਉਣ ਵਾਸਤੇ ਵੀ, ਜਿਵੇਂ ਨਾ ਰਾਸ਼ੀਆਂ ਚੱਲਦੀਆਂ ਨੇ ਤੇ ਅਖਬਾਰ ਦੇ ਵਿੱਚ ਵੀ ਇਹ 12 ਰਾਸ਼ੀਆਂ ਆਉਂਦੀਆਂ ਨੇ, ਉਹਦੇ ਵਿੱਚ ਕਿਸੇ ਨਾਮ ਨੂੰ ਲੈ ਕੇ ਜੋ ਰਾਸ਼ੀ ਇਹ ਲਿਖਿਆ ਹੋਇਆ ਵੀ ਅੱਜ ਤੇਰੇ ਤੇ ਨਾ ਥੋੜ੍ਹਾ ਜਿਹਾ ਸਖਤਾਈ ਹੈ। ਚਲੋ ਇਹਨੇ ਦੱਸ ਦਿੱਤਾ ਹੈ ਪਰ ਇਹ ਬਦਲ ਨਹੀਂ ਸਕਦੀ। ਫਿਰ ਮੈਂ ਇਹਦੇ ਲਈ ਦ੍ਰਿਸ਼ਟਾਂਤ ਦਿੰਦਾ ਹੁੰਦਾ, ਜਿਵੇਂ ਸਾਡੇ ਮੂੰਹ ਤੇ ਕੁਝ ਲੱਗੇ ਹੈ ਤੇ ਅਸੀਂ ਸ਼ੀਸ਼ੇ ਦੇ ਅੱਗੇ ਹੋ ਗਏ ਹਾਂ, ਸ਼ੀਸ਼ੇ ਨੇ ਦੱਸ ਤਾਂ ਦਿੱਤਾ ਵੀ ਤੇਰੇ ਮੂੰਹ ਤੇ ਲੱਗੇ ਹੈ, ਪਰ ਇਹ ਹਟਾ ਨਹੀਂ ਸਕਦਾ, ਇਹ ਉਹਨੂੰ ਸਾਫ਼ ਨਹੀਂ ਕਰ ਸਕਦਾ। ਇਸੇ ਤਰ੍ਹਾਂ ਦੁੱਖ ਜਿਹੜਾ ਹੋ ਸਕਦਾ ਇਹ ਦੱਸ ਸਕਦੇ ਹੁਣ, ਪਰ ਇਹ ਹਟਾ ਨਹੀਂ ਸਕਦੇ। ਫਿਰ ਹਟਾਉਂਦਾ ਕੌਣ ਹੈ? ਗੁਰੂ ਹਟਾਉਂਦਾ ਹੈ। ਗੁਰੂ ਸਮਰੱਥ ਹੈ, ਗੁਰੂ ਕਿਰਪਾ ਕਰਦਾ ਹੈ। ਇਸ ਕਰਕੇ ਸਾਨੂੰ ਗੁਰੂ ਤੇ ਭਰੋਸਾ ਹੋਣਾ ਚਾਹੀਦਾ। ਏਕਸ ਤੇ ਦੂਜਾ ਨਾਹੀ ਕੋਈ, ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ
ਗੁਰਮੁਖ ਨੇ ਜਿਹੜੇ ਇਹ ਕਿਸੇ ਦੂਜੇ ਹੋਰ ਨੂੰ ਮੰਨਦੇ ਹੀ ਨਹੀਂ ਹਨ ਜੀ। ਗੁਰਮੁਖ ਬੁਝੈ ਸੋਝੀ ਹੋਏ। ਗੁਰਮੁਖ ਬਣ ਕੇ ਅਸੀਂ ਇਸ ਗੱਲ ਨੂੰ ਬੁੱਝ ਲਈਏ, ਸਮਝ ਲਈਏ ਤੇ ਫਿਰ ਸਾਨੂੰ ਸਾਰੀਆਂ ਇਹਨਾਂ ਗੱਲਾਂ ਦੀ ਸੋਝੀ ਗਿਆਨ ਆ ਜਾਂਦਾ ਹੈ ਜੀ। 15 ਥਿੰਤੀ ਕੈ 7 ਵਾਰ। ਆਖਰੀ ਪੌੜੀ ਦੇ ਅੰਦਰ ਧੰਨ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ 15 ਥਿੱਤਾਂ ਦਾ ਗਿਆਨ ਜੋ ਧੰਨ ਗੁਰੂ ਨਾਨਕ ਦੇਵ ਜੀ ਨੇ ਪਿਛਲੇ ਸ਼ਬਦ ਦੇ ਵਿੱਚ ਸਾਨੂੰ ਦਿੱਤਾ ਹੈ। 7 ਵਾਰ ਤੇ 7 ਵਾਰ ਦਾ ਗਿਆਨ ਜੋ ਧੰਨ ਗੁਰੂ ਅਮਰਦਾਸ ਜੀ ਨੇ ਦਿੱਤਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਵੀ ਸਾਨੂੰ ਥਿੱਤਾਂ ਦੇ ਨਾਲ ਵਹਿਮਾਂ ਭਰਮਾਂ ਚੋਂ ਬਾਹਰ ਕੱਢਿਆ। ਧੰਨ ਗੁਰੂ ਅਮਰਦਾਸ ਜੀ ਨੇ ਵੀ ਸਾਨੂੰ ਵਾਰਾਂ ਦੇ ਸਿਧਾਂਤ ਦੇ ਨਾਲ ਵਹਿਮਾਂ ਭਰਮਾਂ ਚੋਂ ਬਾਹਰ ਕੱਢੇ। 15 ਥਿੱਤੀਆਂ ਤੇ 7 ਵਾਰ ਹਨ ਜੀ। ਮਹਾਰੁਤੀ ਆਵਹਿ ਵਾਰ ਵਾਰ। 12 ਮਹੀਨੇ ਨੇ, 6 ਰੁੱਤਾਂ ਨੇ ਤੇ ਇਹ ਹਰ ਸਾਲ ਵਾਰੋ ਵਾਰੀ ਆਈ ਜਾਂਦੀਆਂ ਨੇ। ਜਿਵੇਂ ਹਫ਼ਤੇ ਵਾਰੋ ਵਾਰੀ ਆਈ ਜਾਂਦੇ ਨੇ, ਥਿੱਤਾਂ ਵਾਰੋ ਵਾਰੀ ਆਈ ਜਾਂਦੀਆਂ ਨੇ, ਮਹੀਨੇ ਨੇ ਜਿਹੜੇ ਇਹ ਵੀ ਵਾਰੋ ਵਾਰੀ ਆਈ ਜਾਂਦੇ ਨੇ, ਹਰ ਸਾਲ ਇਹ ਆਉਂਦੇ ਨੇ। ਇਸੇ ਤਰ੍ਹਾਂ 6 ਰੁੱਤਾਂ ਨੇ ਜਿਹੜੀਆਂ ਇਹ ਵੀ ਵਾਰੋ ਵਾਰੀ ਆਈ ਜਾਂਦੀਆਂ ਹਨ। ਦਿਨਸ ਰਹਿਣ ਤਿਵੈ ਸੰਸਾਰ। ਦਿਨ ਤੇ ਰਾਤ ਵੀ ਵਾਰੋ ਵਾਰੀ ਆਈ ਜਾਂਦੇ ਨੇ। ਇਸੇ ਤਰ੍ਹਾਂ ਸੰਸਾਰ ਇਹਦੇ ਵਿੱਚ ਵੀ ਅਸੀਂ ਵਾਰੋ ਵਾਰੀ ਆਈ ਜਾਂਦੇ ਹਾਂ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਸਾਨੂੰ ਦੱਸਿਆ ਵੀ ਥਿੱਤਾਂ ਨੇ, ਵਾਰ ਨੇ, ਮਹੀਨੇ ਨੇ, ਰੁੱਤਾਂ ਨੇ, ਦਿਨ ਤੇ ਰਾਤ ਨੇ। ਵੇਖੋ ਇਹ ਵਾਰੀ ਵਾਰੀ ਆਈ ਜਾਂਦੇ ਨੇ। ਇਹ ਸੰਸਾਰ ਵੀ ਇਸੇ ਤਰ੍ਹਾਂ ਹੈ। ਇੱਥੇ ਵਾਰੀ ਵਾਰੀ ਹੀ ਉਹ ਆ ਜਾਂਦੇ ਨੇ। 4 ਯੁੱਗ ਨੇ ਤੇ ਹੁਣ 9ਵੀਂ ਚੌਖੜੇ 36ਵਾਂ ਯੁੱਗ ਹੈ। ਹੁਣ 36ਵਾਂ ਯੁੱਗ ਚੱਲਦਾ ਤੇ ਅਸੀਂ ਕੀ ਕਹਿ ਰਹੇ ਹਾਂ, ਚੌਥਾ ਯੁੱਗ ਚੱਲਦਾ। ਇਹ ਚੌਥਾ ਯੁੱਗ ਹੈ ਪਰ ਚੌਖੜ ਇਹ 9ਵੀਂ ਹੈ। ਕਹਿਣ ਤੋਂ ਭਾਵ 4 ਯੁੱਗਾਂ ਦੀ ਇੱਕ ਚੌਖੜ ਹੁੰਦੀ ਏ ਤੇ 9 ਵਾਰੀ ਹੋ ਗਈਆਂ ਨੇ ਇਹ ਚੌਖੜ ਨੂੰ ਆਉਂਦੀਆਂ। 9 ਚੌਕਾ 36, 36ਵਾਂ ਯੁੱਗ ਹੋ ਗਿਆ। ਹੁਣ 36 ਯੁੱਗ ਕਿਉਂ ਗੁਬਾਰਾ। ਪਹਿਲੂ 36 ਯੁੱਗ ਭਾਵ ਇਤਨਾ ਸਮਾਂ ਉਸ ਪ੍ਰਭੂ ਪਰਮਾਤਮਾ ਨੇ ਗੁਬਾਰਾ ਕੀਤਾ ਹੋਇਆ ਸੀ, ਕੁਝ ਵੀ ਨਹੀਂ ਸੀ। ਹੁਣ 36 ਯੁੱਗ ਪੂਰੇ ਹੋ ਗਏ ਨੇ। ਹੁਣ ਫਿਰ ਪਰਲੋ ਆਏਗੀ, ਇਸੇ ਤਰ੍ਹਾਂ ਫਿਰ ਗੁਬਾਰਾ ਹੋ ਜਾਏਗਾ 36 ਯੁੱਗ। ਉਹ ਮਾਰੂ ਰਾਗ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਖੁਲਾਸਾ ਕੀਤਾ। ਜਦੋਂ ਆਪਾਂ ਉੱਥੇ ਪਹੁੰਚੇ ਨਾ ਫਿਰ ਇਹ ਸ਼ਬਦ ਨੂੰ ਖੋਲ ਕੇ ਆਪਾਂ ਚੰਗੀ ਤਰ੍ਹਾਂ ਸਮਝਣ ਦਾ ਯਤਨ ਕਰਾਂਗੇ। ਸੋ ਗੁਰੂ ਮਹਾਰਾਜ ਜੀ ਰਹਿਮਤੀ ਵੀ ਇਹ ਸੰਸਾਰ ਵੀ ਇਸੇ ਤਰ੍ਹਾਂ ਆਉਂਦਾ ਜਾਂਦਾ ਹੈ ਜਿਵੇਂ ਭਾਈ ਇਹ ਥਿੱਤਾਂ ਆਉਂਦੀਆਂ ਨੇ। ਇਹ ਯੁੱਗ ਸਮਾਂ ਜਿਹੜਾ ਵਾਰੀ ਵਾਰੀ ਆਈ ਜਾਂਦਾ ਹੈ ਜੀ। ਆਵਾਗਾਨ ਕੀਆ ਕਰਤਾਰ। ਇਹ ਜਿਹੜਾ ਨਾ ਇਹ ਆਪਣੇ ਆਪ ਨਹੀਂ ਆ ਰਿਹਾ। ਭੈ ਵਿੱਚ ਪਵਨ ਵਹੈ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਉਸ ਪਰਮਾਤਮਾ ਦੇ ਡਰ ਦੇ ਵਿੱਚ ਇਹ ਸਾਰਾ ਕੁਝ। ਅੱਗ ਸਾਡੀ ਵੰਗਾਰ ਕੱਢਦੀ ਹੈ ਨਾ। ਵੰਗਾਰ ਤੋਂ ਭਾਵ ਵੀ ਅਸੀਂ ਅੱਗ ਮਚਾ ਲੈਂਦੇ ਤੇ ਸਾਨੂੰ ਲੰਗਰ ਪਾਣੀ ਤਿਆਰ ਕਰਕੇ ਦਿੰਦੀ। ਅਸੀਂ ਅੱਗ ਤੋਂ ਕੰਮ ਲੈਂਦੇ ਹਾਂ। ਜਦੋਂ ਕਿਸੇ ਤੋਂ ਕੰਮ ਲਈਏ ਤੇ ਉਹਨੂੰ ਕਹਿ ਦਿੰਦੇ ਨੇ ਵੰਗਾਰ ਕੱਢੀ। ਅਸੀਂ ਇਹ ਬੰਦਾ ਵੰਗਾਰਿਆ ਹੋਇਆ, ਇਹਦੇ ਤੋਂ ਅੱਜ ਕੰਮ ਲੈਣਾ ਹੈ। ਆਵਾਗੌਣ ਕੀਆ ਕਰਤਾਰ। ਉਸ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਨੇ ਇਹ ਆਉਣਾ ਜਾਣਾ ਹੈ ਨਾ, ਜਿਹੜਾ ਦਿਨਾਂ ਦਾ, ਰੁੱਤਾਂ ਦਾ, ਮਹੀਨਿਆਂ ਦਾ, ਵਾਰਾਂ ਦਾ ਤੇ ਥਿੱਤਾਂ ਦਾ, ਇਹ ਪਰਮਾਤਮਾ ਦੇ ਹੁਕਮ ਦੇ ਨਾਲ ਇਹ ਆਪੇ ਨਹੀਂ ਆ ਰਹੇ। ਉਸ ਪਰਮਾਤਮਾ ਦੇ ਡਰ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਇਹ ਸਾਰੇ ਆ ਰਹੇ ਹਨ ਜੀ। ਨੈਚਲ ਸਾਚ ਰਹਿਆ ਕਲ ਧਾਰ। ਉਹ ਨੇਚਲ ਤੋਂ ਭਾਵ ਉਹ ਇੱਕ ਹੈ। ਉਹ 7 ਨਹੀਂ, ਨਾ ਹੀ ਉਹ 12 ਹੈ, ਨਾ ਹੀ 15 ਹੈ, ਨਾ ਹੀ 6 ਹੈ। ਉਹ ਇਸ ਤਰ੍ਹਾਂ ਨਹੀਂ ਹੈਗਾ, ਉਹ ਇੱਕ ਹੈ। ਤੇ ਸਾਰੇ ਦਿਨਾਂ, ਸਾਰੀਆਂ ਰੁੱਤਾਂ, ਸਾਰੇ ਮਹੀਨਿਆਂ, ਸਾਰੇ ਵਾਰਾਂ ਦੇ ਵਿੱਚ ਇੱਕ ਹੀ ਰਹਿੰਦਾ ਹੈ। ਨਿਹਚਲ ਸਾਚ ਰਿਹਾ ਕਲ ਧਾਰ। ਇਹ ਉਹਦੀ ਕਲਾ ਹੈ। ਭਾਵ ਇਹ ਗੁਣ ਕੇਵਲ ਤੇ ਕੇਵਲ ਉਹਦੇ ਕੋਲ ਹੀ। ਕਲ ਦਾ ਅਰਥ ਇੱਥੇ ਕਲਾ ਤੇ ਕਲਾ ਦਾ ਅਰਥ ਹੁੰਦਾ ਗੁਣ। ਕਿਸੇ ਕੋਲੇ ਗੁਣ ਹੈ ਉਹ ਸੰਗੀਤ ਬੜਾ ਸੋਹਣਾ ਗਾ ਲੈਂਦਾ। ਕਿਸੇ ਕੋਲੇ ਗੁਣ ਹੈ ਉਹ ਡਾਂਸ ਬੜਾ ਸੋਹਣਾ ਕਰ ਲੈਂਦਾ। ਕਿਸੇ ਕੋਲੇ ਗੁਣ ਹੈ, ਕਲਾ ਹੈ, ਉਹ ਚਿੱਤਰ ਬੜਾ ਸੋਹਣਾ ਬਣਾ ਲੈਂਦਾ ਹੈ। ਕਲਾ ਦਾ ਅਰਥ ਹੁੰਦਾ ਗੁਣ। ਇਹ ਉਸ ਪਰਮਾਤਮਾ ਦਾ ਗੁਣ ਹੈ ਕਿ ਉਹ ਇੱਕ ਆਪ ਰੁਕਿਆ ਹੋਇਆ ਤੇ ਬਾਕੀ ਸਾਰੇ ਨੇ ਜਿਹੜੇ ਉਹ ਭਾਈ ਚੱਕਰਾਂ ਦੇ ਵਿੱਚ ਪਏ ਹੋਏ ਹਨ ਜੀ। ਨਾਨਕ ਗੁਰਮੁਖ ਬੁਝੈ ਕੋ ਸ਼ਬਦ ਵਿਚਾਰ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜੇ ਕੋਈ ਗੁਰਮੁਖ ਹੋਏਗਾ ਨਾ ਤੇ ਸ਼ਬਦ ਦੀ ਵਿਚਾਰ ਦੇ ਨਾਲ ਜੁੜੇਗਾ ਤੇ ਫਿਰ ਉਹ ਇਹਨਾਂ ਸਾਰੀਆਂ ਗੱਲਾਂ ਨੂੰ ਸਮਝ ਸਕਦਾ। ਦੂਜੇ ਨੂੰ ਗੱਲ ਜਿਹੜੀ ਹੈ ਨਾ ਉਹ ਸਮਝ ਨਹੀਂ ਆਏਗੀ। ਹੋ ਸਕਦਾ ਦੂਜੇ ਦਾ ਮਨ ਹੀ ਜਿਹੜਾ ਉਹ ਸੁਣ ਕੇ ਖੁਸ਼ ਹੋ ਜਾਵੇ, ਪ੍ਰਭੂ ਪਰਮਾਤਮਾ ਦੀ ਵਡਿਆਈ। ਹੋ ਸਕਦਾ
ਦੂਸਰੇ ਦੇ ਅੰਦਰ ਸ਼ਰਧਾ ਭਾਵਨਾ ਬਣ ਜਾਵੇ। ਇਹ ਵੀ ਹੋ ਸਕਦਾ ਹੈ ਕਿ ਦੂਸਰੇ ਦਾ ਸਮਾਂ ਜਿਹੜਾ ਉਹ ਵੀ ਪਾਸ ਹੋ ਜਾਵੇ। ਇਸ ਤਰ੍ਹਾਂ ਵੀ ਹੈ। ਸੋ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਦੋਂ ਸ਼ਬਦ ਦੀ ਕਮਾਈ ਕਰੇਗਾ ਨਾ, ਸ਼ਬਦ ਦੀ ਕਮਾਈ ਕੀਤਿਆਂ ਸ਼ਬਦ ਦੀ ਵਿਚਾਰ ਦੇ ਨਾਲ ਗੁਰਮੁਖ ਹੋ ਕੇ ਇਹ ਸਾਰੀਆਂ ਗੱਲਾਂ ਦੀ ਫਿਰ ਸੋਝੀ ਹੁੰਦੀ ਹੈ, ਫਿਰ ਗਿਆਨ ਹੁੰਦਾ ਹੈ। ਸੋ ਇਹਦੇ ਨਾਲ ਹੀ ਧੰਨ ਗੁਰੂ ਅਮਰਦਾਸ ਜੀ ਦਾ ਪਾਵਨ ਸ਼ਬਦ 10 ਪੌੜੀਆਂ ਦਾ ਸੰਪੰਨ ਹੋਇਆ। ਇੱਕ ਸ਼ਬਦ ਹੋ ਰਹੇ ਇਸੇ ਖਿਆਲ ਦਾ, ਉਹਦੀਆਂ ਵਿਚਾਰਾਂ ਕੱਲ੍ਹ ਤੋਂ ਪ੍ਰਾਰੰਭ ਕਰਾਂਗੇ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਾਹਿਬ ਸਿਉ ਮੇਲ। ਤਿਨ ਸਰੈਨ ਤਿਵੈ ਸੰਸਾਰ, ਆਵਾਗਾਨ ਕੀਆ ਕਰਤਾਰ। ਨੈਚਲ ਸਾਚ ਰਹਿਆ ਕੁਲ ਧਾਰ, ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰ।